ਅ ਅਸੀਂ ਜੋ ਸਾਡੇ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਹੈ, ਜੋ ਉਹਨਾਂ ਦੇ ਮੁਖਾਰਬਿੰਦ ਤੋਂ ਜੋ ਗਿਆਨ ਨਿਕਲਿਆ ਹੈ, ਉਸ ਨੂੰ ਸਿੱਧੇ ਤੌਰ ਤੇ ਵੀ ਸੁਣਨਾ ਬੜਾ ਜ਼ਰੂਰੀ ਹੋ ਜਾਂਦਾ ਹੈ। ਜਿਸ ਤਰ੍ਹਾਂ ਆਪਣੇ ਗਰੁੱਪ ਦੇ ਵਿੱਚ ਹਮੇਸ਼ਾ ਹੀ ਮੈਂ ਜੱਸੀ ਮੈਮ ਦੀਆਂ ਰਿਕਾਰਡਿੰਗ ਜਿੰਨੀਆਂ ਵੀ ਅਮਰਾਵਤੀ ਦੀਆਂ ਹਨ, ਜੋ ਵੀ ਪੱਤਰੀ ਸਰ ਨੇ ਜਿਵੇਂ ਹੀ ਜੋ ਗਿਆਨ ਸ਼ੇਅਰ ਕੀਤਾ ਹੈ, ਜੱਸੀ ਮੈਮ ਨੇ ਬਹੁਤ ਹੀ ਸਹਿਜਤਾ ਤੇ ਸਰਲਤਾ ਦੇ ਨਾਲ ਉਸਨੂੰ ਹਿੰਦੀ ਦੇ ਵਿੱਚ ਸ਼ੇਅਰ ਕੀਤਾ ਹੈ ਤੇ ਇੱਥੇ ਆਪਾਂ ਇਸ ਨੂੰ ਪੰਜਾਬੀ ਵਿੱਚ ਸ਼ੇਅਰ ਕਰਾਂਗੇ। ਪਹਿਲਾ ਸਾਡਾ ਐਪੀਸੋਡ ਬਹੁਤ ਪਿਆਰਾ ਐਪੀਸੋਡ ਰਿਹਾ ਪਿਛਲੇ ਸੰਡੇ, ਔਰ ਜਿਸ ਦੇ ਵਿੱਚ ਅਸੀਂ ਆਪਣੇ ਆਪ ਨਾਲ ਮਿੱਤਰਤਾ ਤੇ ਸਾਰੇ ਇਸ ਯੂਨੀਵਰਸ ਨਾਲ, ਦੁਨੀਆ ਨਾਲ ਮਿੱਤਰਤਾ ਸਿੱਖੀ। ਤੇ ਦੋਸਤੋ, ਅੱਜ ਦਾ ਜੋ ਟੌਪਿਕ ਹੈ, ਜੋ ਕਿ ਸਾਨੂੰ ਜਿਸ ਵਿੱਚ ਪੱਤਰੀ ਸਰ ਬਹੁਤ ਵੱਡਾ ਗਿਆਨ ਦੇ ਰਹੇ ਹਨ, ਉਹ ਹੈ ਕਿ ਜਿੱਥੇ ਧਿਆਨ ਨਹੀਂ, ਉੱਥੇ ਗਿਆਨ ਨਹੀਂ। ਬਹੁਤ ਹੀ ਬਹੁਤ ਹੀ ਪਿਆਰਾ ਐਪੀਸੋਡ। ਸਾਨੂੰ ਇਹ ਸਾਰੇ ਐਪੀਸੋਡ ਹਿੰਦੀ 'ਚ ਵੀ ਸੁਣਨੇ ਚਾਹੀਦੇ ਨੇ ਤੇ ਪੰਜਾਬੀ 'ਚ ਤਾਂ ਅਸੀਂ ਸੁਣਾਂਗੇ ਹੀ ਸੁਣਾਂਗੇ। ਤੇ ਦੋਸਤੋ, ਜਦੋਂ ਗਿਆਨ ਸ਼ਬਦ ਆਉਂਦਾ ਹੈ ਤਾਂ ਗਿਆਨ ਦੇ ਬਹੁਤ ਹੀ ਸੋਰਸਿਸ ਹੁੰਦੇ ਹਨ। ਅਸੀਂ ਕਿਤਾਬਾਂ ਤੋਂ ਗਿਆਨ ਲੈਂਦੇ ਹਾਂ, ਅਸੀਂ ਆਪਣੇ ਤਜ਼ੁਰਬਿਆਂ ਤੋਂ ਗਿਆਨ ਲੈਂਦੇ ਹਾਂ। ਜਦੋਂ ਅਸੀਂ ਇਕੱਠੇ ਸੈਸ਼ਨਸ ਅਟੈਂਡ ਕਰਦੇ ਹਾਂ, ਅਸੀਂ ਮਾਸਟਰਸ ਤੋਂ ਗਿਆਨ ਲੈਂਦੇ ਹਾਂ। ਇਹ ਸਾਰੇ ਸੋਰਸਿਸ ਬਹੁਤ ਹੀ ਇੰਪੋਰਟੈਂਟ ਹਨ, ਪਰ ਸਭ ਤੋਂ ਜਿਹੜਾ ਪਿਓਰੇਸਟ ਸੋਰਸ ਹੈ, ਜਿਹੜਾ ਸਭ ਤੋਂ ਮੋਸਟ ਸਿਗਨੀਫੀਕੈਂਟ ਸੋਰਸ ਹੈ ਸਾਡੇ ਲਈ ਗਿਆਨ ਦਾ, ਜੋ ਸਭ ਤੋਂ ਸਰਵੋੱਚ ਗਿਆਨ ਹੈ, ਉਸਦਾ ਸੋਰਸ ਹੈ ਧਿਆਨ। ਕਿਉਂਕਿ ਪੱਤਰੀ ਜੀ ਆਖਦੇ ਹਨ ਕਿ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਅਸਲੀ ਗਿਆਨ ਕੀ ਹੈ। ਗਿਆਨ ਕੀ ਹੈ? ਮੈਂ ਆਤਮਾ ਹਾਂ। ਅਗਿਆਨ ਕੀ ਹੈ? ਮੈਂ ਸਰੀਰ ਹੈ। ਕਿਉਂਕਿ ਅਗਰ ਅਸੀਂ ਆਪਣੀ ਵੀ ਗੱਲ ਕਰੀਏ ਤਾਂ ਅਸੀਂ ਜਦੋਂ ਧਿਆਨ ਤੋਂ ਆਉਣ ਤੋਂ ਪਹਿਲਾਂ ਅਸੀਂ ਸਾਰੇ ਹੀ ਲੋਕ ਜ਼ਿਆਦਾਤਰ ਅਸੀਂ ਆਪਣੀ ਹਰ ਰੋਜ਼ ਦੀ ਦਿਨਚਰਿਆ ਵਿੱਚ ਉਲਝੇ ਹੋਏ ਸੀ। ਕਿਉਂ? ਕਿਉਂਕਿ ਸਾਨੂੰ ਇਸ ਚੀਜ਼ ਦਾ ਗਿਆਨ ਹੀ ਨਹੀਂ ਸੀ ਕਿ ਅਸੀਂ ਆਤਮਾ ਵੀ ਹੈ। ਅਸੀਂ ਇਸ ਧਰਤੀ ਤੇ ਰੋਜ਼ਮर्रा ਦੇ ਕੰਮਾਂ ਤੋਂ ਸਿਵਾਏ ਕੁਛ ਹੋਰ ਵੀ ਕਰਨ ਆਏ ਹਾਂ। ਸਾਡੀ ਆਤਮਾ ਦਾ ਵਿਕਾਸ ਅਸੀਂ ਇੱਥੇ ਕਰਨ ਆਏ ਹਾਂ ਤੇ ਇਹ ਚੀਜ਼ ਦਾ ਸਾਨੂੰ ਗਿਆਨ ਹੀ ਨਹੀਂ ਸੀ। ਜਿਵੇਂ-ਜਿਵੇਂ ਅਸੀਂ ਧਿਆਨ ਦੇ ਵਿੱਚ ਆਏ, ਸਾਨੂੰ ਇਸ ਚੀਜ਼ ਦਾ ਗਿਆਨ ਹੁੰਦਾ ਗਿਆ। ਕਿਉਂਕਿ ਅੰਧਕਾਰ ਤੋਂ ਗਿਆਨ ਵਿੱਚ ਜਾਣਾ, ਇਹੀ ਸਾਡੀ ਆਤਮਾ ਦੀ ਸਭ ਤੋਂ ਵੱਡੀ ਖੁਰਾਕ ਹੈ। ਅਸੀਂ ਹਨੇਰੇ ਤੋਂ ਪ੍ਰਕਾਸ਼ ਵੱਲ ਜਾਂਦੇ ਹਾਂ, ਸਾਨੂੰ ਸਪਸ਼ਟਤਾ, ਹਰ ਚੀਜ਼ ਵਿੱਚ ਸਪਸ਼ਟਤਾ ਨਜ਼ਰ ਆਉਂਦੀ ਹੈ। ਕਿਉਂਕਿ ਜਦੋਂ ਅਸੀਂ ਇਹ ਸੋਚਦੇ ਹਾਂ ਕਿ ਮੈਂ ਸਿਰਫ ਇੱਕ ਇਨਸਾਨ ਹਾਂ, ਤਾਂ ਅਸੀਂ ਹਮੇਸ਼ਾ ਹੀ ਉਸ ਲਿਹਾਜ਼ ਨਾਲ ਹੀ ਦੁਨੀਆ ਵਿੱਚ ਵਿਚਰਦੇ ਹਾਂ। ਸਾਡੀ ਸੋਚ, ਸਾਡੇ ਵਿਚਾਰ, ਸਾਡਾ ਵਿਵਹਾਰ ਉਹ ਉਸੇ ਤਰ੍ਹਾਂ ਹੀ ਸੰਕੁਚਿਤ ਹੁੰਦਾ ਹੈ, ਜਿਸ ਵਿੱਚ ਨਾ ਤਾਂ ਅਸੀਂ ਆਪਣੇ ਆਪ ਨੂੰ ਸੰਤੁਸ਼ਟ ਕਰ ਪਾਉਂਦੇ ਹਾਂ, ਔਰ ਨਾ ਹੀ ਆਪਣੇ ਸਮਾਜ ਨੂੰ, ਔਰ ਨਾ ਹੀ ਅਸੀਂ ਆਪਣੇ ਆਤਮਾ ਦਾ ਵਿਕਾਸ ਕਰ ਪਾਉਂਦੇ ਹਾਂ, ਤੇ ਨਾ ਹੀ ਅਸੀਂ ਆਪਣੇ ਆਸ-ਪਾਸ ਦੇ ਵਿੱਚ ਕੋਈ ਵੀ ਵਿਕਾਸ ਕਰ ਪਾਉਂਦੇ ਹਾਂ। ਸਾਨੂੰ ਆਪਣੇ ਬਾਰੇ, ਰਿਸ਼ਤਿਆਂ ਬਾਰੇ, ਸਾਨੂੰ ਆਪਣੇ ਪਰਿਵਾਰ ਬਾਰੇ, ਔਰ ਸਾਨੂੰ ਸਮਾਜ ਬਾਰੇ, ਸਾਨੂੰ ਇਸ ਪ੍ਰਕਿਰਤੀ ਬਾਰੇ ਔਰ ਇਸ ਪੂਰੇ ਯੂਨੀਵਰਸ ਬਾਰੇ ਸਾਨੂੰ ਕੋਈ ਨੌਲੇਜ ਹੀ ਨਹੀਂ ਹੁੰਦੀ। ਕਿਸੇ ਤਰ੍ਹਾਂ ਵੀ ਸਾਨੂੰ ਉਸਦਾ ਜੋ ਸਾਡਾ ਕਨੈਕਸ਼ਨ ਹੈ, ਉਸ ਬਾਰੇ ਕੋਈ ਗਿਆਨ ਨਹੀਂ ਹੁੰਦਾ। ਲੇਕਿਨ ਜਿਉਂ-ਜਿਉਂ ਅਸੀਂ ਧਿਆਨ ਵਿੱਚ ਆਉਂਦੇ ਹਾਂ, ਸਾਨੂੰ ਹੌਲੀ-ਹੌਲੀ ਸਭ ਤੋਂ ਪਹਿਲਾਂ ਆਪਣੇ ਨਾਲ ਆਪਣਾ ਕਨੈਕਸ਼ਨ ਸਾਡਾ ਬਣਦਾ ਹੈ, ਤੇ ਫਿਰ ਹੌਲੀ-ਹੌਲੀ ਅਸੀਂ ਆਪਣੇ ਪਰਿਵਾਰ ਨੂੰ, ਆਪਣੇ ਰਿਸ਼ਤਿਆਂ ਨੂੰ, ਆਪਣੀ ਪ੍ਰਕਿਰਤੀ ਨੂੰ, ਇਸ ਪੂਰੇ ਯੂਨੀਵਰਸ ਨੂੰ ਸਮਝਣ ਲੱਗ ਜਾਂਦੇ ਹਾਂ ਕਿ ਇਹ ਯੂਨੀਵਰਸ ਸਾਡਾ ਸਭ ਤੋਂ ਵੱਡਾ ਦੋਸਤ ਹੈ ਤੇ ਇਸ ਵਿੱਚ ਅਸੀਂ ਕੁਛ ਵੀ, ਜਿਸ ਤਰ੍ਹਾਂ ਦੀ ਵੀ ਸੋਚ, ਜਿਸ ਤਰ੍ਹਾਂ ਦੇ ਵੀ ਅਸੀਂ ਕਰਮ, ਜੋ ਵੀ ਅਸੀਂ ਚਾਹੁੰਦੇ ਹਾਂ, ਅੱਛਾ, ਅਸੀਂ ਉਸ ਚੀਜ਼ ਨੂੰ ਪੋਸੀਬਲ ਕਰ ਸਕਦੇ ਹਾਂ। ਕਿਉਂਕਿ ਜੋ ਸਾਡਾ ਸੁੰਗੜਿਆ ਮਨ ਹਮੇਸ਼ਾ ਮੈਂ ਵਿੱਚ ਹੀ ਉਲਝਿਆ ਰਹਿੰਦਾ ਹੈ, ਕਿਉਂਕਿ ਉਦੋਂ ਸਾਨੂੰ ਹਮੇਸ਼ਾ ਹਰ ਚੀਜ਼ ਆਪਣੇ ਨਜ਼ਰੀਏ ਨਾਲ ਹੀ ਦੇਖਣ ਦੀ ਆਦਤ ਹੁੰਦੀ ਹੈ। ਕਿਉਂਕਿ ਅਸੀਂ ਸੋਚਦੇ ਹਾਂ ਕਿ ਜੋ ਮੈਂ ਸੋਚਦੀ ਹਾਂ ਉਹੀ ਚੀਜ਼ ਠੀਕ ਹੈ। ਲੇਕਿਨ ਜਦੋਂ ਸਾਨੂੰ ਧਿਆਨ ਦੇ ਨਾਲ ਗਿਆਨ ਆਉਂਦਾ ਹੈ ਤਾਂ ਅਸੀਂ ਦੂਸਰਿਆਂ ਦਾ ਨਜ਼ਰੀਆ ਵੀ ਹਮੇਸ਼ਾ ਹੀ ਸਮਝਣ ਲੱਗ ਜਾਂਦੇ ਹਾਂ। ਦੋਸਤੋ, ਪੋਥੀ ਮੀਰਦਾਰ ਇੱਕ ਬਹੁਤ ਹੀ ਪਿਆਰੀ ਬੁੱਕ ਹੈ। ਉਸ ਵਿੱਚ ਇਹੀ ਕਨਸੈਪਟ ਵੀ ਲਿਖਿਆ ਹੋਇਆ ਹੈ ਕਿ ਜਿਸ ਤਰ੍ਹਾਂ ਦੀ ਸਾਡੀ ਚੇਤਨਾ ਹੋਵੇਗੀ, ਉਸੇ ਤਰ੍ਹਾਂ ਦੀ ਸਾਡੀ ਮੈਂ ਹੋਵੇਗੀ। ਜੇਕਰ ਸਾਡੀ ਚੇਤਨਾ ਧੁੰਦਲੀ ਹੈ ਤਾਂ ਸਾਡਾ ਹਰ ਵਿਵਹਾਰ ਜਿਹੜਾ ਹੈ ਇਸ ਸੰਸਾਰ ਦੇ ਵਿੱਚ ਉਹ ਧੁੰਦਲਾ ਹੀ ਹੋਵੇਗਾ। ਸਾਡੇ ਸ਼ਬਦ ਵੀ ਉਲਝੇ ਹੋਏ ਹੋਣਗੇ, ਸਾਡੇ ਕਰਮ ਇਹੋ ਜਿਹੇ ਹੋਣਗੇ ਜੋ ਦੁੱਖਾਂ ਨੂੰ ਜਨਮ ਦੇਣਗੇ, ਔਰ
ਜੇਕਰ ਤੁਹਾਡੀ ਚੇਤਨਾ ਧੁੰਦਲੀ ਅਤੇ ਅਨਿਸ਼ਚਿਤ ਹੋਵੇਗੀ ਤਾਂ ਤੁਹਾਡਾ ਸੰਸਾਰ ਵੀ ਧੁੰਦਲਾ ਅਤੇ ਅਨਿਸ਼ਚਿਤ ਹੀ ਹੋਵੇਗਾ, ਔਰ ਫਿਰ ਸਾਡਾ ਇਹ ਸਾਰੇ ਹੀ ਸਾਡਾ ਜੀਵਨ ਇਹ ਧੁੰਦਲਾ ਤੇ ਗੁੰਝਲਦਾਰ ਬਣ ਕੇ ਰਹਿ ਜਾਂਦਾ ਹੈ, ਜੇਕਰ ਸਾਨੂੰ ਇਹ ਸਰਵੋੱਚ ਗਿਆਨ ਪ੍ਰਾਪਤ ਨਹੀਂ ਹੁੰਦਾ ਕਿ ਅਸੀਂ ਆਤਮਾ ਹਾਂ। ਤੇ ਇਸ ਗਿਆਨ ਦੀ ਪ੍ਰਾਪਤੀ ਦਾ ਸਭ ਤੋਂ ਸੋਹਣਾ ਮਾਰਗ ਜੋ ਹੈ, ਸਰਲ ਮਾਰਗ ਹੈ, ਉਹ ਧਿਆਨ ਹੈ। ਕਿਉਂਕਿ ਜਦੋਂ ਅਸੀਂ ਹਨੇਰੇ ਵਿੱਚ ਹੁੰਦੇ ਹਾਂ ਤਾਂ ਦੋਸਤੋ ਅਸੀਂ ਹਨੇਰੇ ਵਿੱਚ ਸੱਪ ਨੂੰ ਵੀ ਰੱਸੀ ਸਮਝ ਲੈਂਦੇ ਹਾਂ। ਤਾਂ ਇਸੇ ਤਰ੍ਹਾਂ ਹੀ ਜਿੱਥੇ ਰੋਸ਼ਨੀ ਹੁੰਦੀ ਹੈ ਉੱਥੇ ਹਰ ਚੀਜ਼ ਦੀ ਕਲੈਰਿਟੀ ਹੁੰਦੀ ਹੈ, ਉੱਥੇ ਕਦੇ ਵੀ ਹਨੇਰਾ ਠਹਿਰਦਾ ਨਹੀਂ ਹੈ। ਕਿਉਂਕਿ ਹਨੇਰੇ ਵਿੱਚ ਸਾਨੂੰ ਕੁਝ ਦਿਖਾਈ ਨਹੀਂ ਦਿੰਦਾ। ਸੁੰਗੜਿਆ ਮਨ ਕਦੇ ਵੀ ਵੱਡਾ ਦ੍ਰਿਸ਼ਟੀਕੋਣ ਸਮਝ ਨਹੀਂ ਸਕਦਾ। ਅਸੀਂ ਅਗਰ ਸਾਰੇ ਹੀ ਆਪਣੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਸੀਂ ਖੁਦ ਇਸ ਚੀਜ਼ ਦੇ ਸਾਕਸ਼ੀ ਹਾਂ ਕਿ ਧਿਆਨ ਵਿੱਚ ਆਉਣ ਤੋਂ ਪਹਿਲਾਂ ਅਸੀਂ ਹਰ ਚੀਜ਼ ਨੂੰ ਬਹੁਤ ਹੀ ਸੰਕੁਚਿਤ ਮਨ ਦੇ ਨਾਲ ਸੋਚਦੇ ਸੀ, ਲੇਕਿਨ ਹੁਣ ਅਸੀਂ ਸਾਡੇ ਸਾਹਮਣੇ ਅਗਰ ਸਾਡੇ ਪਰਿਵਾਰ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਕੋਈ ਵੀ ਇਨਸਾਨ ਅਗਰ ਸਾਨੂੰ ਲੱਗਦਾ ਹੈ ਕਿ ਉਸਦੀ ਕੋਈ ਦੀ ਸੋਚ, ਉਸਦੀ ਕੋਈ ਗੱਲਬਾਤ, ਉਸਦਾ ਕੋਈ ਵਿਵਹਾਰ ਗਲਤ ਹੈ, ਤਾਂ ਅਸੀਂ ਉਸ ਦੇ ਜਜਮੈਂਟਸ ਨਹੀਂ ਕਰਦੇ। ਅਸੀਂ ਉਸਨੂੰ ਬਹੁਤ ਹੀ ਵੱਡੇ ਦ੍ਰਿਸ਼ਟੀਕੋਣ ਨਾਲ ਦੇਖਦੇ ਹਾਂ ਕਿ ਉਹਦੀ ਵੀ ਯਾਤਰਾ ਹੈ, ਉਹਦੇ ਲਰਨਿੰਗ ਐਕਸਪੀਰੀਐਂਸਿਸ ਹਨ। ਕਿਸੇ ਵੀ ਚੀਜ਼ ਅਸੀਂ ਸਹੀ ਔਰ ਗਲਤ ਤੋਂ ਉੱਪਰ ਉੱਠ ਜਾਂਦੇ ਹਾਂ। ਇਹੀ ਸਭ ਤੋਂ ਵੱਡਾ ਜਿਹੜਾ ਗਿਆਨ ਹੈ, ਇਹ ਸਾਨੂੰ ਹਮੇਸ਼ਾ ਹੀ ਧਿਆਨ ਦੇ ਨਾਲ ਹੀ ਆਉਂਦਾ ਹੈ। ਕਿਉਂਕਿ ਧਿਆਨ ਦੇ ਨਾਲ ਅਸੀਂ ਇਹ ਸਾਡੇ ਸਾਰੇ ਆਪਣੇ ਐਕਸਪੀਰੀਐਂਸਿਸ ਹਨ। ਧਿਆਨ ਦੇ ਨਾਲ ਸਾਡੇ ਅੰਦਰ ਦੀ ਊਰਜਾ ਫੈਲਣ ਲੱਗ ਜਾਂਦੀ ਹੈ, ਕਿਉਂਕਿ ਪਹਿਲਾਂ ਇਹ ਊਰਜਾ ਹਮੇਸ਼ਾ ਹੀ ਸੰਕੁਚਿਤ ਹੋਈ ਹੁੰਦੀ ਹੈ ਤੇ ਜਿੰਨਾ ਅਸੀਂ ਜ਼ਿਆਦਾ ਧਿਆਨ ਕਰਦੇ ਹਾਂ, ਸਾਡੀ ਊਰਜਾ ਜਿਹੜੀ ਹੈ ਉਹ ਉਨੀ ਜ਼ਿਆਦਾ ਫੈਲਦੀ ਰਹਿੰਦੀ ਹੈ। ਔਰ ਸਭ ਕੁਛ, ਹਰ ਚੀਜ਼, ਅਸੀਂ ਇਸ ਧਰਤੀ ਤੇ ਕਿਉਂ ਆਏ ਹਾਂ, ਸਾਡਾ ਹਰ ਰੋਜ਼ ਦਾ ਵਿਵਹਾਰ ਕਿੱਦਾਂ ਹੋਣਾ ਚਾਹੀਦਾ ਹੈ, ਸਾਨੂੰ ਹਰ ਚੀਜ਼ ਸਪਸ਼ਟਤਾ ਨਾਲ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਸਭ ਤੋਂ ਪਹਿਲਾਂ ਆਪਣੇ ਮਿੱਤਰ ਬਣ ਜਾਂਦੇ ਹਾਂ ਤੇ ਅਸੀਂ ਫਿਰ ਹੌਲੀ-ਹੌਲੀ ਅਸੀਂ ਆਪਣੇ ਆਸ-ਪਾਸ ਨਾਲ, ਸਾਡੀ ਹਰ ਚੀਜ਼ ਨਾਲ, ਹਰ ਰਿਸ਼ਤੇ ਨਾਲ, ਇਸ ਪੂਰੀ ਪ੍ਰਕਿਰਤੀ ਨਾਲ ਦੋਸਤੀ ਹੋ ਜਾਂਦੀ ਹੈ ਤੇ ਜ਼ਿੰਦਗੀ ਫਿਰ ਇੱਕ ਬਹੁਤ ਹੀ ਜਿਸਨੂੰ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਹੀ ਇੱਕ ਪਿਆਰੀ ਐਗਜ਼ਿਸਟੈਂਸ ਬਣ ਜਾਂਦੀ ਹੈ, ਜਿਸ ਤੇ ਅਸੀਂ ਮਾਣ ਕਰਦੇ ਹਾਂ ਕਿ ਹਾਂ ਅਸੀਂ ਵੀ ਇਸ ਧਰਤੀ ਤੇ ਬਹੁਤ ਪਿਆਰਾ ਖੂਬਸੂਰਤ ਜੀਵਨ ਜਿਉਣ ਆਏ ਹਾਂ। ਜੇਕਰ ਇਹ ਗਿਆਨ ਨਹੀਂ ਹੁੰਦਾ, ਅਸੀਂ ਅੱਜ ਵੀ ਦੇਖਦੇ ਹਾਂ ਆਪਣੇ ਆਸ-ਪਾਸ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਹਜੇ ਗਿਆਨ ਨਹੀਂ ਹੋਇਆ ਕਿ ਉਹ ਆਤਮਾ ਹਨ, ਉਹ ਸਰੀਰ ਵਿੱਚ ਹੀ ਬੰਨੇ ਹੋਏ ਹਨ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਸੀਂ ਅੱਜ ਵੀ ਉਹੀ ਦੁੱਖ, ਦਰਦ, ਤਕਲੀਫਾਂ, ਕ੍ਰਿਟਿਸਿਜ਼ਮ, ਕੰਪਲੇਂਟਸ, ਇਹ ਚੀਜ਼ਾਂ ਦੇਖ ਰਹੇ ਹਾਂ। ਤਾਂ ਦੋਸਤੋ ਅਸੀਂ ਬਹੁਤ ਹੀ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਅਸੀਂ ਧਿਆਨ ਦੇ ਨਾਲ ਅਸੀਂ ਇਸ ਗਿਆਨ ਨੂੰ ਪ੍ਰਾਪਤ ਕੀਤਾ ਹੈ। ਧਿਆਨ ਨਾਲ, ਕਿਉਂਕਿ ਸਾਨੂੰ ਹਰ ਚੀਜ਼ ਸੁੰਦਰ ਨਜ਼ਰ ਆਉਂਦੀ ਹੈ। ਕਿਉਂਕਿ कहते हैं जैसी दृष्टि वैसी ਸ੍ਰਿਸ਼ਟੀ। ਹਿੰਦੀ ਚ ਕਹਿੰਦੇ ਨੇ ਯਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਜਿਸ ਤਰ੍ਹਾਂ ਦੀ ਸਾਡੀ ਦ੍ਰਿਸ਼ਟੀ ਹੋਏਗੀ, ਜਿਸ ਤਰ੍ਹਾਂ ਦਾ ਸਾਡਾ ਦ੍ਰਿਸ਼ਟੀਕੋਣ ਹੋਏਗਾ, ਸਾਨੂੰ ਦੋਸਤੋ ਇਹ ਸੰਸਾਰ ਉਸੇ ਤਰ੍ਹਾਂ ਦਾ ਹੀ ਨਜ਼ਰ ਆਵੇਗਾ। ਜੇ ਸਾਡੀ ਦ੍ਰਿਸ਼ਟੀ ਨੈਗੇਟਿਵ ਹੈ ਤਾਂ ਸਾਨੂੰ ਹਮੇਸ਼ਾ ਹਰ ਚੀਜ਼ 'ਚ ਨੈਗੇਟਿਵਿਟੀ ਨਜ਼ਰ ਆਉਂਦੀ ਹੈ ਤੇ ਜਦੋਂ ਸਾਨੂੰ ਸਾਡੀ ਦ੍ਰਿਸ਼ਟੀ ਬਹੁਤ ਪੋਜ਼ਿਟਿਵ ਹੋ ਜਾਂਦੀ ਹੈ, ਬਹੁਤ ਪਿਓਰ ਹੋ ਜਾਂਦੀ ਹੈ, ਤਾਂ ਕੋਈ ਵੀ ਸਿਚੁਏਸ਼ਨ ਹੋਵੇ, ਨੈਗੇਟਿਵ ਵੀ ਹੋਵੇ, ਦੁੱਖ ਦਰਦ ਤਕਲੀਫਾਂ ਵੀ ਆਉਂਦੀਆਂ ਨੇ, ਤਾਂ ਅਸੀਂ ਸਮਝ ਲੈਂਦੇ ਹਾਂ ਕਿ ਇਹ ਜਿਹੜੇ ਮੈਨੂੰ ਐਕਸਪੀਰੀਐਂਸਿਸ ਮੇਰੀ ਲਾਈਫ ਦੇ ਵਿੱਚ ਆ ਰਹੇ ਨੇ, ਕਿਉਂਕਿ ਦੋਸਤੋ ਜ਼ਿੰਦਗੀ ਦੇ ਵਿੱਚ ਇਹ ਚੀਜ਼ ਤਾਂ ਤੈਅ ਹੈ ਕਿ ਦੁੱਖ ਦਰਦ ਹਮੇਸ਼ਾ ਨਾਲ-ਨਾਲ ਚੱਲਦੇ ਹਨ। ਕਦੇ ਵੀ ਖੁਸ਼ੀਆਂ ਔਰ ਗਮ ਨਾਲ-ਨਾਲ ਚੱਲਦੇ ਹਨ, ਲੇਕਿਨ ਫਿਰ ਅਸੀਂ ਸਿਰਫ ਖੁਸ਼ੀਆਂ ਦੇ ਨਾਲ ਹੀ ਜੁੜੇ ਨਹੀਂ ਰਹਿੰਦੇ। ਕਦੇ ਵੀ ਦੁੱਖ ਦਰਦ ਆਉਂਦਾ ਹੈ ਤਾਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਇਹ ਮੇਰੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਮੈਨੂੰ ਸਿਖਾਉਣ ਲਈ ਇਹ ਐਕਸਪੀਰੀਐਂਸ ਆਇਆ ਹੈ। ਦੋਸਤੋ ਸੱਚਮੁੱਚ ਹੀ ਹੁਣ ਹਰ ਦੁੱਖ ਨੂੰ ਦੇਖਣ ਦਾ ਨਜ਼ਰੀਆ ਬਦਲ ਗਿਆ ਹੈ। ਹੁਣ ਅਸੀਂ ਇਸ ਦੁੱਖ ਨੂੰ ਇਹ ਨਹੀਂ ਦੇਖਦੇ ਕਿ ਕਿਸੇ ਨੇ ਮੈਨੂੰ ਦੁੱਖ ਦਿੱਤਾ ਜਾਂ ਉਸਨੇ ਮੇਰੇ ਨਾਲ ਗਲਤ ਕੀਤਾ। ਤਾਂ ਸਭ ਤੋਂ ਪਹਿਲਾਂ ਸਾਡਾ ਅੰਦਰਲਾ ਗਿਆਨ ਸਾਨੂੰ ਇਹ ਕਹਿੰਦਾ ਹੈ ਕਿ ਇਸ ਜ਼ਰਾ ਦੇਖੋ ਠਹਿਰ ਕੇ ਕਿ ਸਾਨੂੰ ਇਸ ਵਿੱਚੋਂ ਕੀ ਸਿੱਖਣਾ ਹੈ ਅਸੀਂ, ਤੇ ਇਸ ਤਰ੍ਹਾਂ ਅਸੀਂ ਹਰ ਸਥਿਤੀ ਵਿੱਚ, ਚਾਹੇ ਉਹ ਜਿੰਨੀ ਹੀ ਮਰਜ਼ੀ ਖੂਬਸੂਰਤ ਜਾਂ ਉਹ
ਪੇਨਫੁਲ ਹੋਵੇ, ਅਸੀਂ ਉਹਦੇ ਵਿੱਚ ਹਮੇਸ਼ਾ ਹੀ ਸਾਨੂੰ ਸੁੰਦਰਤਾ ਨਜ਼ਰ ਆਉਂਦੀ ਹੈ। ਅਸੀਂ ਖੂਹ ਦੇ ਡੱਡੂ ਨਹੀਂ ਰਹਿੰਦੇ, ਕਿਉਂਕਿ ਖੂਹ ਦੇ ਡੱਡੂ ਦੀ ਸੋਚ ਉੱਥੇ ਤੱਕ ਹੀ ਹਮੇਸ਼ਾ ਹੀ ਰਿਲੇਟਡ ਹੁੰਦੀ ਹੈ, ਬਲਕਿ ਅਸੀਂ ਸਮੁੰਦਰ ਦੇ ਵਾਸੀ ਬਣ ਜਾਂਦੇ ਹਾਂ, ਕਿਉਂਕਿ ਸਮੁੰਦਰ ਬਹੁਤ ਵਿਸ਼ਾਲ ਹੁੰਦਾ ਹੈ, ਜਿਸ ਦਾ ਕੋਈ ਅੰਤ ਨਹੀਂ ਹੁੰਦਾ, ਤੇ ਸਾਡੀ ਸੋਚ ਵੀ, ਸਾਡਾ ਵਿਵਹਾਰ ਵੀ ਏਦਾਂ ਹੋ ਜਾਂਦਾ ਹੈ, ਜਿਵੇਂ ਕਿ ਉਹ ਸਾਡੇ ਵਿਵਹਾਰ ਦੇ ਵਿੱਚ ਉਹੀ ਵਿਸ਼ਾਲਤਾ ਆ ਜਾਂਦੀ ਹੈ, ਜੋ ਕਿ ਸਮੁੰਦਰ ਦੇ ਅੰਦਰ ਹੁੰਦੀ ਹੈ। ਇਹ ਸਭ ਧਿਆਨ ਨਾਲ ਹੀ ਸੰਭਵ ਹੁੰਦਾ ਹੈ ਦੋਸਤੋ। ਪਤਰੀ ਜੀ ਕਹਿੰਦੇ ਨੇ ਕਿ ਮੈਂ ਆਤਮਾ ਹੂੰ, ਇਹ ਗਿਆਨ ਧਿਆਨ ਨਾਲ ਹੀ ਆਉਂਦਾ ਹੈ। ਜਿੰਨਾ ਜ਼ਿਆਦਾ ਧਿਆਨ, ਓਨਾ ਜ਼ਿਆਦਾ ਗਿਆਨ। ਕਿਉਂਕਿ ਇਸ ਗਿਆਨ ਦੀ, ਜੋ ਧਿਆਨ ਵਾਲਾ ਗਿਆਨ ਹੈ ਦੋਸਤੋ, ਇਸ ਦੀ ਕੋਈ ਵੀ ਸੀਮਾ ਨਹੀਂ ਹੈ। ਕਈ ਵਾਰ ਸਾਨੂੰ ਲੱਗਦਾ ਹੈ ਕਿ ਠੀਕ ਹੈ, ਹੁਣ ਅਸੀਂ ਧਿਆਨ ਵਿੱਚ ਆ ਕੇ ਅਸੀਂ ਸ਼ਾਂਤੀ ਨਾਲ, ਪ੍ਰੇਮ ਨਾਲ, ਭਾਈਚਾਰੇ ਨਾਲ ਰਹਿਣਾ ਸਿੱਖ ਲਿਆ ਹੈ। ਅਸੀਂ ਜੱਜਮੈਂਟ ਛੱਡ ਦਿੱਤੀਆਂ ਹਨ। ਠੀਕ ਹੈ। ਦੋਸਤੋ, ਇਹ ਯਾਤਰਾ ਬਹੁਤ ਲੰਬੀ ਹੈ ਔਰ ਹਰ ਰੋਜ਼ ਧਿਆਨ ਇੱਕ ਇਸ ਤਰ੍ਹਾਂ ਦਾ ਜਾਦੂ ਦੀ ਛੜੀ ਹੈ, ਜਿਸ ਦੇ ਵਿੱਚ ਸਾਨੂੰ ਹਮੇਸ਼ਾ ਹੀ ਨਵੇਂ-ਨਵੇਂ ਤੋਹਫੇ ਮਿਲਦੇ ਰਹਿੰਦੇ ਹਨ। ਕਿਉਂਕਿ ਇਸ ਪੂਰੀ ਕਾਇਨਾਤ ਦਾ, ਇਸ ਪੂਰੇ ਯੂਨੀਵਰਸ ਦਾ ਜਿੰਨਾ ਗਿਆਨ ਹੈ, ਉਸਦਾ ਕੋਈ ਵੀ ਅੰਤ ਨਹੀਂ ਹੈ। ਔਰ ਉਸ ਤੋਂ ਨੈਕਸਟ ਜਿਹੜੀ ਪੱਤਰੀ ਸਰ ਬਹੁਤ ਹੀ ਖੂਬਸੂਰਤ ਗੱਲ ਕਹਿੰਦੇ ਹਨ ਕਿ ਜਦੋਂ ਸਾਡੇ ਅੰਦਰ ਇਹ ਗਿਆਨ ਆਉਂਦਾ ਹੈ, ਤਾਂ ਹਰ ਸਾਡੇ ਅੰਦਰ ਉੱਚੇ ਨੀਵੇਂ ਦਾ ਭਾਵ ਖਤਮ ਹੋ ਜਾਂਦਾ ਹੈ। ਕਿਉਂਕਿ ਦੋਸਤੋ, ਸਾਡੇ ਅੰਦਰ ਜਨਮਾਂ-ਜਨਮਾਂ ਤੋਂ ਜਿਹੜੀ ਸਾਡੀ ਸਮਝ ਹੈ, ਸਮਝ ਦੀ ਅੱਖ ਤੇ ਪਰਦੇ ਪਏ ਹੋਏ ਹਨ। ਕੁਝ ਪਰਦੇ ਅਸੀਂ ਆਪਣੇ ਪੁਰਾਣੇ ਜਨਮਾਂ ਦੇ ਸੰਸਕਾਰਾਂ ਤੋਂ ਲੈ ਕੇ ਆਏ ਹੋਏ ਹਾਂ। ਅਸੀਂ ਜਾਣੇ-ਅਣਜਾਣੇ ਵਿੱਚ ਇਸ ਤਰ੍ਹਾਂ ਦੇ ਅਸੀਂ ਆਪਣੇ ਕਰਮਾਂ ਨੂੰ ਅਕਮੂਲੇਟ ਕੀਤਾ ਹੋਇਆ ਹੈ ਕਿ ਜਿਨ੍ਹਾਂ ਨੇ ਸਾਡੇ ਅੰਦਰ ਜੋ ਹੈ, ਸਾਡੀ ਜੋ ਗਿਆਨ ਦੀ ਅੱਖ ਹੈ, ਉਹਦੇ ਤੇ ਪਰਦਾ ਪਾਇਆ ਹੋਇਆ ਹੈ, ਤੇ ਉਹ ਸਾਰੇ ਪਰਦੇ ਦੋਸਤੋ ਹੌਲੀ-ਹੌਲੀ, ਹੌਲੀ-ਹੌਲੀ ਜਿਹੜੇ ਹਨ, ਉਹ ਧਿਆਨ ਦੇ ਨਾਲ ਹੀ ਚੱਕੇ ਜਾਂਦੇ ਹਨ। ਕਿਉਂਕਿ ਜਦੋਂ ਅਸੀਂ ਪੂਰੀ ਕਾਇਨਾਤ ਦੇ ਵਿੱਚ ਅਸੀਂ ਜੋ ਹੈ, ਜਿਹਨੂੰ ਅਸੀਂ ਯੂਨੀਵਰਸਲ ਕੌਨਸ਼ੀਅਸਨੈਸ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਉਸ ਭਾਵ ਨਾਲ ਜੀਣਾ ਸ਼ੁਰੂ ਕਰਦੇ ਹਾਂ, ਤਾਂ ਸਾਨੂੰ ਹਮੇਸ਼ਾ ਹੀ ਅਸੀਂ ਸੋਲ ਲੈਵਲ ਤੇ ਜਿਉਂਦੇ ਹਾਂ, ਔਰ ਸੋਲ ਲੈਵਲ ਤੇ ਜਿਉਣ ਦੇ ਲਈ ਹਮੇਸ਼ਾ ਹੀ ਸਾਨੂੰ ਆਪਣੀ ਸੋਲ ਦੀ ਆਵਾਜ਼ ਸੁਣਨੀ ਪੈਂਦੀ ਹੈ, ਔਰ ਉਹ ਅਸੀਂ ਤਾਂ ਹੀ ਸੁਣ ਸਕਦੇ ਹਾਂ ਜੇਕਰ ਅਸੀਂ ਇਹ ਸਮਝੀਏ ਕਿ ਅਸੀਂ ਆਤਮਾ ਹਾਂ, ਸਰੀਰ ਨਹੀਂ, ਤੇ ਇਹ ਗਿਆਨ ਸਿਰਫ ਔਰ ਸਿਰਫ ਧਿਆਨ ਤੋਂ ਹੀ ਆਉਂਦਾ ਹੈ। ਪੱਤਰੀ ਜੀ, ਦੂਸਰੀ ਗੱਲ ਸਾਨੂੰ ਜੋ ਆਖਦੇ ਹਨ ਕਿ ਸਾਨੂੰ ਵੈਰਾਗ ਵਿੱਚ ਨਹੀਂ, ਵੈਭਵ ਮੀਨਸ ਇਸਨੂੰ ਅਸੀਂ ਅਬੰਡੈਂਸ ਵੀ ਕਹਿ ਸਕਦੇ ਹਾਂ, ਇਸਨੂੰ ਅਸੀਂ ਸਪਲੈਂਡਰ ਵੀ ਕਹਿ ਸਕਦੇ ਹਾਂ। ਅਸੀਂ ਅਬੰਡੈਂਸ ਵਿੱਚ ਜੀਣਾ ਹੈ। ਹਰ ਤਰਫ ਸਾਨੂੰ ਹਮੇਸ਼ਾ ਸਪਲੈਂਡਰ, ਬਿਊਟੀ ਹੀ ਨਜ਼ਰ ਆਉਣੀ ਚਾਹੀਦੀ ਹੈ, ਕਿਉਂਕਿ ਬਹੁਤ ਸਪਿਰਿਚੁਅਲ ਫਿਲਾਸਫੀਜ਼ ਇਹ ਕਹਿੰਦੀਆਂ ਨੇ ਕਿ ਅਸੀਂ ਪਰਮਾਤਮਾ ਨੂੰ ਵੈਰਾਗ ਨਾਲ ਹੀ ਪਾ ਸਕਦੇ ਹਾਂ। ਅਸੀਂ ਸਭ ਕੁਝ ਛੱਡ ਕੇ, ਅਸੀਂ ਮਟੀਰੀਅਲ ਕੰਫਰਟ ਛੱਡ ਕੇ ਹੀ, ਅਸੀਂ ਜੇ ਸਾਡੇ ਅੰਦਰ ਵੈਰਾਗ ਹੋਵੇਗਾ, ਤਾਂ ਹੀ ਅਸੀਂ ਆਪਣੇ ਇਸ ਅਧਿਆਤਮ ਦੇ ਪਾਥ ਤੇ ਅੱਗੇ ਵੱਧ ਸਕਦੇ ਹਾਂ। ਦੋਸਤੋ, PSSM ਤੋਂ ਜੋ ਬਹੁਤ ਹੀ ਇੱਕ ਰੀਅਲਿਸਟਿਕ, ਪ੍ਰੈਕਟੀਕਲ, ਆਥੈਂਟਿਕ ਜੋ ਇੱਕ ਰਾਸਤਾ ਸਾਨੂੰ ਪੱਤਰੀ ਸਰ ਨੇ ਦੱਸਿਆ ਹੈ ਕਿ ਨਹੀਂ, ਸਾਨੂੰ ਮਨੁੱਖੀ ਰੂਪ ਦੇ ਵਿੱਚ ਸਾਨੂੰ ਸਾਡੀ ਇਹ ਹੱਕ ਵੀ ਹੈ ਤੇ ਸਾਡੀ ਡਿਊਟੀ ਵੀ ਹੈ ਕਿ ਅਸੀਂ ਗਰੀਬੀ ਦੇ ਭਾਵ ਵਿੱਚ ਨਹੀਂ ਜੀਣਾ। ਗਰੀਬੀ ਮੀਨਸ ਸਿਰਫ ਪੈਸੇ ਦੀ ਗਰੀਬੀ ਨਹੀਂ, ਬਲਕਿ ਸਾਡੇ ਸੋਚ, ਵਿਚਾਰਾਂ, ਕਰਮਾਂ ਦੀ ਗਰੀਬੀ। ਅਸੀਂ ਹਮੇਸ਼ਾ ਹੀ ਇੱਕ ਅਬੰਡੈਂਸ ਦੀ ਸਟੇਟ ਦੇ ਵਿੱਚ ਰਹਿਣਾ ਹੈ, ਤਾਂ ਕਿ ਅਸੀਂ ਆਪਣੀ ਇਸ ਮਨੁੱਖੀ ਹੋਂਦ ਨੂੰ ਪੂਰੀ ਤਰ੍ਹਾਂ ਦੇ ਨਾਲ ਮਾਣ ਸਕੀਏ। PSSM ਵੈਰਾਗ ਨੂੰ ਹਟਾ ਕੇ ਜ਼ਿੰਦਗੀ ਨੂੰ ਵੈਭਵ ਦੇ ਨਾਲ ਜੀਣਾ ਸਿਖਾਉਂਦਾ ਹੈ, ਔਰ ਇਸੇ ਦੇ ਨਾਲ ਹੀ ਕਨੈਕਟਡ ਜੋ ਨੈਕਸਟ ਪੁਆਇੰਟ ਪੱਤਰੀ ਜੀ ਨੇ ਸਾਨੂੰ ਕਿਹਾ ਹੈ, ਸੰਸਾਰ ਵਿੱਚ ਨਿਰਵਾਣ। ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਹੈ ਕਿ ਬਹੁਤ ਸਾਰੀਆਂ ਸਪਿਰਿਚੁਅਲ ਫਿਲਾਸਫੀਜ਼ ਇਹ ਕਹਿੰਦੀਆਂ ਹਨ ਕਿ ਅਸੀਂ ਅਧਿਆਤਮ ਦੇ ਮਾਰਗ ਵਿੱਚ, ਅਸੀਂ ਆਤਮਾ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜੇਕਰ ਅਸੀਂ ਜੰਗਲਾਂ ਵਿੱਚ, ਅਸੀਂ ਪਹਾੜਾਂ ਤੇ ਜਾ ਕੇ ਭਗਤੀ ਕਰਦੇ ਹਾਂ। ਲੇਕਿਨ ਪੱਤਰੀ ਸਰ ਨੇ ਕਿਹਾ ਹੈ ਕਿ ਸਾਨੂੰ ਸੰਸਾਰ ਵਿੱਚ ਹੀ ਰਹਿਣਾ ਹੈ। ਮੈਂ ਪੱਤਰੀ ਸਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਯੂਥ ਨਾਲ ਉਹਨਾਂ ਦੀਆਂ ਇੰਟਰਵਿਊਜ਼ ਹੁੰਦੀਆਂ ਹਨ ਦੋਸਤੋ, ਮੈਂ ਕਈ ਵਾਰ ਦੇਖਦੀ ਹਾਂ, ਤਾਂ ਉਸ ਵਿੱਚ ਯੂਥ ਜਿਹੜੀ ਹੈ, ਜਿਹੜੀ ਕਿ ਆਪਣੇ ਪ੍ਰੋਫੈਸ਼ਨ ਦੇ ਦਰਵਾਜ਼ੇ ਤੇ ਖੜੀ ਹੈ, ਤੇ ਉੱਥੇ ਉਹ ਬੱਚਿਆਂ ਨੇ ਪੱਤਰੀ ਜੀ ਨੂੰ ਇੱਕ ਕੁਐਸਚਨ ਪੁੱਛਦੇ ਹਨ ਕਿ ਪੱਤਰੀ ਜੀ, ਅਸੀਂ ਬਹੁਤ ਸਾਡਾ ਟਾਈਮ ਜਿਹੜਾ ਹੈ, ਸਾਡੀ ਜੋ ਹੈ ਪ੍ਰੋਫੈਸ਼ਨ ਲਈ ਸਾਡੀ ਪੜ੍ਹਾਈ ਦੇ ਵਿੱਚ ਨਿਕਲ ਜਾਂਦਾ ਹੈ, ਲੇਕਿਨ ਅਸੀਂ ਬਹੁਤ ਘੱਟ ਟਾਈਮ ਦੇ ਪਾਉਂਦੇ ਹਾਂ ਧਿਆਨ ਨੂੰ,
ਤਾਂ ਪਤਰੀ ਜੀ ਨੇ ਉੱਥੇ ਬਿਲਕੁਲ ਵੀ ਨਹੀਂ ਆਖਦੇ ਕਿ ਨਹੀਂ, ਕਿ ਤੁਸੀਂ ਆਪਣੀ ਪੜ੍ਹਾਈ ਦਾ ਜਾਂ ਤੁਸੀਂ ਆਪਣੇ ਪ੍ਰੋਫੈਸ਼ਨ ਦਾ ਟਾਈਮ ਬਿਲਕੁਲ ਕੱਟ ਦਿਓ ਜਾਂ ਤੁਸੀਂ ਉਹਨੂੰ ਘੱਟ ਕਰੋ ਤੇ ਤੁਸੀਂ ਧਿਆਨ ਜ਼ਿਆਦਾ ਕਰੋ। ਪਤਰੀ ਸਰ ਨੇ ਕਿਹਾ ਹੈ ਕਿ ਤੁਸੀਂ ਜੋ ਵੀ ਕਰਦੇ ਹੋ, ਤੁਸੀਂ ਆਪਣੀ ਆਜੀਵਿਕਾ ਵੀ ਕਮਾਉਂਦੇ ਹੋ, ਉਸ ਦੇ ਵਿੱਚ ਵੀ ਤੁਸੀਂ ਪੂਰੀ ਤਰ੍ਹਾਂ ਨਾਲ ਉਸਨੂੰ ਹਾਰਟ ਐਂਡ ਸੋਲ ਨਾਲ ਕਰਦੇ ਹੋ, ਉਹ ਵੀ ਤੁਹਾਡਾ ਧਿਆਨ ਹੈ। ਦੋਸਤੋ ਬਹੁਤ ਹੀ ਖੂਬਸੂਰਤ ਗੱਲ ਹੈ। ਨਹੀਂ ਤਾਂ ਸਾਡੇ ਲਈ ਇਹ ਬਹੁਤ ਹੀ ਇੱਕ ਸਮੱਸਿਆ ਵਾਲਾ ਵਿਸ਼ਾ ਹੋ ਜਾਣਾ ਸੀ ਕਿ ਅਸੀਂ ਆਪਣੇ ਰੋਜ਼ਮर्रा ਦੇ ਕੰਮ ਛੱਡ ਕੇ ਅਸੀਂ ਕਿਸ ਤਰ੍ਹਾਂ ਪੂਰੇ ਦਾ ਪੂਰਾ ਟਾਈਮ ਆਪਣੀ ਅਧਿਆਤਮਿਕ ਤਰੱਕੀ ਲਈ ਦੇਈਏ। ਤਾਂ ਇਸ ਲਈ ਸਾਨੂੰ ਪਤਰੀ ਜੀ ਨੇ ਬਹੁਤ ਸੋਹਣਾ ਮੈਸੇਜ ਦਿੱਤਾ ਹੈ ਕਿ ਸੰਸਾਰ ਵਿੱਚ ਹੀ ਵੈਰਾਗ, ਅਸੀਂ ਗ੍ਰਸਥ ਆਸ਼ਰਮ ਵਿੱਚ ਹੀ ਸਾਰੇ ਧਰਮ ਕਰਮ ਨਿਭਾਉਣੇ ਹਨ, ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹਨ ਔਰ ਨਾਲ-ਨਾਲ ਅਸੀਂ ਅਧਿਆਤਮਿਕ ਤਰੱਕੀ ਵੀ ਕਰਨੀ ਹੈ। ਨਾ ਹੀ ਅਸੀਂ ਭੱਜਣਾ ਹੈ ਤੇ ਨਾ ਹੀ ਅਸੀਂ ਭੋਗਣਾ ਹੈ। ਦੋਸਤੋ ਇਹ ਬਹੁਤ ਸੋਹਣਾ ਮੈਸੇਜ ਹੈ ਕਿ ਅਸੀਂ ਬੈਲੈਂਸ ਕ੍ਰੀਏਟ ਕਰਨਾ ਹੈ, ਨਾ ਹੀ ਅਸੀਂ ਇਸ ਦੁਨੀਆ ਤੋਂ, ਅਸੀਂ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਤੋਂ ਭੱਜਣਾ ਹੈ ਤੇ ਨਾ ਹੀ ਅਸੀਂ ਉਹਨਾਂ ਨੂੰ ਭੋਗਣਾ ਹੈ। ਭੋਗਣਾ ਮੀਨਸ ਅਸੀਂ ਉਹਨਾਂ ਵਿੱਚ ਬਿਲਕੁਲ ਹੀ ਫਸਣਾ ਨਹੀਂ ਹੈ, ਤਾਂ ਕਿ ਅਸੀਂ ਇਹ ਭੁੱਲ ਜਾਈਏ ਕਿ ਅਸੀਂ ਆਪਣੀ ਆਤਮਾ ਦੇ ਵਿਕਾਸ ਲਈ ਇੱਥੇ ਆਏ ਹੋਏ ਹਾਂ। ਤੇ ਇਹ ਬਹੁਤ ਹੀ ਪਿਆਰਾ ਖੂਬਸੂਰਤ ਮੈਸੇਜ ਹੈ ਸਾਡਾ, ਜੋ ਕਿ ਸਾਨੂੰ ਬਹੁਤ ਹੀ ਆਸਾਨੀ ਦੇ ਨਾਲ ਸਾਨੂੰ ਜ਼ਿੰਦਗੀ ਦੇ ਵਿੱਚ ਬੈਲੈਂਸ ਕਰਨਾ ਸਿਖਾਉਂਦਾ ਹੈ ਕਿ ਨਾ ਹੀ ਭੋਗਣਾ ਹੈ ਔਰ ਨਾ ਹੀ ਭਾਗਣਾ ਹੈ। ਅਸੀਂ ਆਪਣੀ ਨੌਕਰੀ ਕਰਦੇ ਹੋਏ, ਵਪਾਰ ਕਰਦੇ ਹੋਏ, ਪੜ੍ਹਾਈ ਕਰਦੇ ਹੋਏ, ਨਾਲ-ਨਾਲ ਅਸੀਂ ਧਿਆਨ ਕਰਦੇ ਹੋਏ ਆਪਣੀ ਜ਼ਿੰਦਗੀ ਵਿੱਚ ਆਪਣੀ ਤਰੱਕੀ ਕਰਨੀ ਹੈ, ਆਪਣੀ ਆਤਮਾ ਦੀ ਵੀ ਤੇ ਆਪਣੀ ਭੌਤਿਕ ਜੀਵਨ ਦੀ ਵੀ। ਕਿਉਂਕਿ ਭੌਤਿਕ ਜੀਵਨ ਨੂੰ ਵੀ ਪੱਤਰੀ ਸਰ ਨੇ ਇਕੁਅਲ ਇੰਪੋਰਟੈਂਸ ਦਿੱਤੀ ਹੈ। ਜੇ ਅਸੀਂ ਇਹ ਕਹੀਏ ਕਿ ਅਸੀਂ ਪੱਤਰੀ ਸਰ ਨੂੰ ਪੁੱਛੀਏ ਕਿ ਮੈਂ ਬਹੁਤ ਸਾਰਾ ਪੈਸਾ ਕਮਾਉਣਾ ਚਾਹੁੰਦਾ ਹਾਂ, ਪੱਤਰੀ ਸਰ ਇਸਨੂੰ ਹਮੇਸ਼ਾ ਹੀ ਪੋਜ਼ਿਟਿਵਲੀ ਕਹਿੰਦੇ ਨੇ, ਹਾਂ, ਤੁਹਾਡਾ ਐਜ਼ ਅ ਹਿਊਮਨ ਬੀਇੰਗ ਤੁਹਾਡਾ ਹੱਕ ਹੈ, ਤੁਹਾਡੀ ਡਿਊਟੀ ਵੀ ਹੈ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਓ, ਲੇਕਿਨ ਆਪਣੀ ਆਤਮਾ ਦੀ ਤਰੱਕੀ ਨੂੰ ਨਾਲ-ਨਾਲ ਲੈ ਕੇ ਚੱਲਦੇ ਹੋਏ। ਪਤਰੀ ਜੀ ਆਖਦੇ ਹਨ ਕਿ ਜਿਸ ਤਰ੍ਹਾਂ ਇਸ ਪੂਰੀ ਪ੍ਰਕਿਰਤੀ ਵਿੱਚ ਸਭ ਲਈ ਇੱਕੋ ਹੀ ਸੂਰਜ ਹੁੰਦਾ ਹੈ, ਇੱਕੋ ਹੀ ਸੂਰਜ ਦੇ ਨਾਲ ਘਰ-ਘਰ ਵਿੱਚ ਰੋਸ਼ਨੀ ਹੁੰਦੀ ਹੈ, ਉਸੇ ਤਰ੍ਹਾਂ ਸਭ ਦੇ ਲਈ ਇੱਕੋ ਹੀ ਧਿਆਨ ਹੈ। ਧਿਆਨ ਦੇ ਨਾਲ ਹੀ ਸਾਡੀ ਜ਼ਿੰਦਗੀ ਦੇ ਵਿੱਚ ਰੋਸ਼ਨੀ ਆਉਂਦੀ ਹੈ। ਦੋਸਤੋ ਧਿਆਨ ਦੇ ਬਹੁਤ ਮਾਰਗ ਹਨ, ਬਹੁਤ ਅਲੱਗ-ਅਲੱਗ ਵਿਧੀਆਂ, ਤਰੀਕੇ ਹਨ, ਲੇਕਿਨ ਜੋ ਸਭ ਤੋਂ ਵੱਡਾ ਤਰੀਕਾ ਜੋ ਸੂਰਜ ਵਾਂਗ ਸਾਨੂੰ ਰੋਸ਼ਨੀ ਦਿੰਦਾ ਹੈ, ਸਾਡੀ ਹੋਂਦ ਨੂੰ ਰੋਸ਼ਨੀ ਦਿੰਦਾ ਹੈ, ਸਾਨੂੰ ਗਿਆਨ ਦੀ ਰੋਸ਼ਨੀ ਦਿੰਦਾ ਹੈ, ਉਹ ਹੈ ਸਾਡਾ ਆਨਾਪਾਨਸਤੀ ਧਿਆਨ। ਪਤਰੀ ਜੀ ਆਖਦੇ ਹਨ ਭੁੱਖ, ਪਿਆਸ, ਪ੍ਰੇਮ, ਕਰੁਣਾ, ਜਿਸ ਤਰ੍ਹਾਂ ਇਹ ਸਭ ਦੇ ਲਈ ਯੂਨੀਵਰਸਲ ਇਮੋਸ਼ਨਸ ਹਨ, ਇਸੇ ਤਰ੍ਹਾਂ ਹੀ ਸਾਡੇ ਲਈ ਜੋ ਧਿਆਨ ਹੈ, ਸਾਡੇ ਸਭ ਦੇ ਲਈ ਯੂਨੀਵਰਸਲ ਹੈ। ਮਰਨਾ ਤੇ ਜੰਮਣਾ ਵੀ ਸਭ ਦੇ ਲਈ ਇੱਕ ਸਮਾਨ ਹੈ। ਕੋਈ ਇਹ ਅਲੱਗ-ਅਲੱਗ ਇਹ ਅਸੀਂ ਨਹੀਂ ਕਹਿ ਸਕਦੇ ਕਿ ਕੋਈ ਅਲੱਗ ਢੰਗ ਨਾਲ ਮਰਦਾ ਹੈ, ਸਾਡਾ ਜੰਮਣਾ ਮਰਨਾ ਸੇਮ ਹੈ। ਇਸੇ ਤਰ੍ਹਾਂ ਹੀ ਸਾਡੇ ਗਿਆਨ ਦੀ ਪ੍ਰਾਪਤੀ ਦਾ ਮਾਰਗ ਜੋ ਹੈ, ਉਹ ਸਾਡੇ ਸਾਹ ਹਨ। ਸਾਹਾਂ ਨਾਲ ਜੁੜ ਕੇ ਹੀ ਅਸੀਂ ਜਿਹੜਾ ਸਰਵੋਤਮ ਗਿਆਨ ਹੈ, ਸਾਡੀ ਆਤਮਾ ਦਾ ਗਿਆਨ ਹੈ, ਉਹ ਅਸੀਂ ਹਾਸਿਲ ਕਰ ਸਕਦੇ ਹਾਂ। ਕਿਉਂਕਿ ਸਾਹਾਂ ਦਾ ਕੋਈ ਧਰਮ ਨਹੀਂ ਹੈ, ਕੋਈ ਜਾਤੀ ਨਹੀਂ ਹੈ, ਕੋਈ ਰੰਗ ਰੂਪ ਨਹੀਂ ਹੈ, ਕੋਈ ਆਕਾਰ ਨਹੀਂ ਹੈ। ਇਹ ਯੂਨੀਵਰਸਲ ਫਿਨੋਮੀਨਾ ਹੈ ਤੇ ਇਹੀ ਇੱਕੋ ਇੱਕ ਚੀਜ਼ ਹੈ ਜੋ ਕਿ ਸਾਨੂੰ ਪਰਮ ਗਿਆਨ ਦੇ ਨਾਲ ਜੋੜਦੀ ਹੈ। ਸਾਹਾਂ ਨਾਲ ਜੁੜਨਾ, ਖੁਦ ਨਾਲ ਜੁੜਨਾ ਹੈ। ਇਸ ਬ੍ਰਹਿਮੰਡ ਦੇ ਪੂਰੇ ਜਿਹੜੇ ਸੱਚ ਹਨ, ਉਹ ਆਪਣੇ ਆਪ ਖੁੱਲਦੇ ਜਾਂਦੇ ਹਨ ਵਨ ਬਾਏ ਵਨ। ਇਸ ਲਈ ਸਾਨੂੰ ਸਾਹ ਉਹ ਚਾਬੀ ਹਨ ਜਿਨ੍ਹਾਂ ਦੇ ਨਾਲ ਸਾਰੇ ਜਿੰਦਰੇ ਖੁੱਲ ਜਾਂਦੇ ਹਨ, ਸਾਰੇ ਭੇਦ ਖੁੱਲ ਜਾਂਦੇ ਹਨ। ਦੇਖੋ ਅਗਰ ਅਸੀਂ ਚਾਬੀ ਤੇ ਜਿੰਦਰੇ ਦਾ ਰਿਲੇਸ਼ਨਸ਼ਿਪ ਵੀ ਦੇਖੀਏ, ਚਾਬੀ ਵੀ ਜਿੰਦਰੇ ਦੇ ਅੰਦਰ ਜਾ ਕੇ ਉਸਨੂੰ ਟੱਚ ਕਰਦੀ ਹੈ ਤੇ ਉਹ ਫਿਰ ਖੁੱਲ ਜਾਂਦਾ ਹੈ। ਤਾਂ ਦੋਸਤੋ ਇਹੀ ਮੈਡੀਟੇਸ਼ਨ ਹੈ, ਇਹੀ ਵਿਧੀ ਹੈ ਜੋ ਕਿ ਸਾਡੇ ਅੰਦਰ ਜਦੋਂ ਤੱਕ ਅਸੀਂ ਧਿਆਨ ਦੀ ਚਾਬੀ ਦੇ ਨਾਲ ਜਦੋਂ ਤੱਕ ਅਸੀਂ ਆਪਣੀ ਅੰਤਰ ਆਤਮਾ ਨੂੰ ਨਹੀਂ ਖੋਲਾਂਗੇ, ਅਸੀਂ ਬਾਹਰੋਂ ਜਿੰਨਾ ਮਰਜ਼ੀ ਕੋਸ਼ਿਸ਼ ਕਰਦੇ ਰਹੀਏ, ਤੁਸੀਂ ਜਿੰਦਰੇ ਤੇ ਪੱਥਰ ਮਾਰੋ, ਜੋ ਮਰਜ਼ੀ ਮਾਰੋ, ਤੇ ਤੁਸੀਂ ਉਸਨੂੰ ਓਨੀ ਆਸਾਨੀ ਨਾਲ ਨਹੀਂ ਖੋਲ ਸਕਦੇ। ਕਿਉਂਕਿ ਪੱਥਰ ਮਾਰੋਗੇ ਤਾਂ ਡੈਫੀਨੇਟਲੀ ਤੁਹਾਡੇ
ਹੋ ਸਕਦਾ ਹੈ ਖੁੱਲੇ ਨਾ ਖੁੱਲੇ ਤੇ ਹੋਰ ਵੀ ਪ੍ਰੋਬਲਮਸ ਆ ਸਕਦੀਆਂ ਹਨ। ਲੇਕਿਨ ਜਦੋਂ ਇੱਕ ਚਾਬੀ ਬੜੀ ਹੀ ਕੋਮਲਤਾ ਨਾਲ ਜਿੰਦਰੇ ਦੇ ਅੰਦਰ ਜਾਂਦੀ ਹੈ, ਤਾਂ ਡੈਫੀਨੇਟਲੀ ਕੀ ਹੁੰਦਾ ਹੈ, ਆਰਾਮ ਨਾਲ ਕਿੰਨੇ ਹੀ ਸਕਿੰਟਸ ਦੇ ਵਿੱਚ ਜਿੰਦਰਾ ਖੁੱਲ ਜਾਂਦਾ ਹੈ। ਇਸੇ ਤਰ੍ਹਾਂ ਹੀ ਜੋ ਇਹ ਧਿਆਨ ਹੈ, ਉਹ ਸਾਡੀ ਅੰਤਰ ਆਤਮਾ ਨੂੰ ਬਹੁਤ ਹੀ ਆਸਾਨੀ ਦੇ ਨਾਲ, ਬਹੁਤ ਹੀ ਪਿਆਰ ਦੇ ਨਾਲ ਸਾਡੀ ਊਰਜਾ ਦੇ ਸਾਰੇ ਸੋਮੇ ਖੁੱਲ ਜਾਂਦੇ ਹਨ, ਜਿਹਦੇ ਨਾਲ ਸਾਡੀ ਜ਼ਿੰਦਗੀ ਦਾ ਵਿਕਾਸ ਹੁੰਦਾ ਹੈ, ਸਾਡੀ ਆਤਮਾ ਦਾ ਵੀ ਵਿਕਾਸ ਹੁੰਦਾ ਹੈ। ਉਸ ਤੋਂ ਬਾਅਦ ਪੱਤਰੀ ਜੀ ਆਖਦੇ ਹਨ ਕਿ ਧਰਤੀ ਤੇ ਬ੍ਰਹਿਮੰਡ ਨਾਲ ਸਾਡਾ ਨਾਤਾ ਸਾਹਾਂ ਨਾਲ ਹੀ ਜੁੜਿਆ ਹੁੰਦਾ ਹੈ, ਤੇ ਜਿਸ ਦਿਨ ਇਹ ਸਾਹ ਖਤਮ ਹੋ ਜਾਂਦੇ ਹਨ, ਉਸ ਦਿਨ ਉਹ ਸਾਡਾ ਕਨੈਕਸ਼ਨ ਕੱਟ ਜਾਂਦਾ ਹੈ। ਤੇ ਇਸੇ ਕਰਕੇ ਅਸੀਂ ਇਹ ਸਾਹ ਹੀ ਹਨ ਜਿਹੜੇ ਕਿ ਸਾਨੂੰ ਧਰਤੀ ਤੇ ਇਸ ਪੂਰੇ ਯੂਨੀਵਰਸ ਨਾਲ ਜੋੜ ਕੇ ਰੱਖਦੇ ਹਨ। ਸਾਹਾਂ ਨਾਲ ਆਤਮਾ, ਸਰੀਰ, ਮਨ ਦੀ ਹੋਂਦ ਹੈ, ਤੇ ਇਸੇ ਕਰਕੇ ਹੀ ਅਸੀਂ ਉੱਠਦੇ ਬੈਠਦੇ, ਕਿਉਂਕਿ ਕਈ ਲੋਕ ਇਹ ਕਹਿੰਦੇ ਹਨ, ਜਿਸ ਤਰ੍ਹਾਂ ਕਈ ਵਾਰੀ ਟਾਈਮ ਘੱਟ ਮਿਲਦਾ ਹੈ ਦੋਸਤੋ, ਅਸੀਂ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ, ਚਾਹੇ ਅਸੀਂ ਆਪਣੇ ਆਫਿਸ 'ਚ ਕੰਮ ਕਰ ਰਹੇ ਹਾਂ, ਅਸੀਂ ਆਪਣੇ ਘਰ ਦੇ ਕਿਚਨ 'ਚ ਕੰਮ ਕਰ ਰਹੇ ਹਾਂ, ਅਸੀਂ ਥੋੜ੍ਹਾ ਜਿਹਾ ਵੀ ਅਵੇਅਰ ਹੋ ਜਾਈਏ, ਅਸੀਂ ਇਹ ਕਲਾ ਸਿੱਖ ਲਈਏ ਸਾਹਾਂ ਨਾਲ ਜੁੜਨ ਦੀ, ਤਾਂ ਸਾਡਾ ਪੂਰਾ ਦਿਨ ਹੀ ਧਿਆਨ ਹੈ। ਅਸੀਂ ਕੰਮ ਕਰਦੇ ਹੋਏ ਵੀ ਧਿਆਨ ਦੇ ਨਾਲ ਜੁੜ ਸਕਦੇ ਹਾਂ। ਕਿਉਂਕਿ ਜੋ ਸਾਹ ਨੇ ਸਾਡੀ ਜਾਦੂ ਦੀ ਛੜੀ ਨੇ, ਅਸੀਂ ਜੋ ਵੀ ਚਾਹਾਂਗੇ ਅਸੀਂ ਪਾ ਸਕਦੇ ਹਾਂ। ਪਰ ਇੱਕ ਗੱਲ ਪਤਰੀ ਜੀ ਨੇ ਬਹੁਤ ਹੀ ਸਪਸ਼ਟਤਾ ਨਾਲ ਆਖੀ ਹੈ ਕਿ ਅਸੀਂ ਧਿਆਨ ਦੇ ਵਿੱਚ ਕਦੇ ਵੀ ਕਿਸੇ ਵੀ ਦੂਸਰੇ ਦਾ ਨੁਕਸਾਨ ਕਰਨ ਦੇ ਲਈ ਅਸੀਂ ਧਿਆਨ ਦਾ ਪ੍ਰਯੋਗ ਜੋ ਹੈ ਉਹ ਬਹੁਤ ਹੀ ਗਲਤ ਹੈ, ਔਰ ਨਾ ਹੀ ਸਾਨੂੰ ਇਸ ਨੂੰ ਕਰਨਾ ਚਾਹੀਦਾ ਹੈ। ਧਿਆਨ ਦੀ ਖੁਸ਼ਬੂ ਇੱਕ ਅਗਰਬੱਤੀ ਦੀ ਖੁਸ਼ਬੂ ਹੈ। ਦੋਸਤੋ, ਇਹ ਸਾਡਾ ਬਹੁਤ ਜਾਣਿਆਂ ਦਾ ਪਰਸਨਲ ਐਕਸਪੀਰੀਅੰਸ ਵੀ ਰਿਹਾ ਹੋਵੇਗਾ ਕਿ ਜਦੋਂ ਅਸੀਂ ਧਿਆਨ ਵਿੱਚ ਆਏ, ਹੌਲੀ-ਹੌਲੀ ਸਾਡੇ ਵਿੱਚ ਬਹੁਤ ਪਿਆਰੇ ਬਦਲਾਵ ਆਏ, ਤੇ ਅਸੀਂ ਕਿਸੇ ਨੂੰ ਕੁਛ ਆਖਿਆ ਨਹੀਂ, ਕਿਹਾ ਨਹੀਂ, ਲੇਕਿਨ ਉਸ ਜੋ ਬਦਲਾਵ ਸੀ, ਉਸ ਦੀ ਖੁਸ਼ਬੂ ਸਾਡੇ ਸਾਡੇ ਆਸ-ਪਾਸ ਫੈਲਣੀ ਸ਼ੁਰੂ ਹੋ ਜਾਂਦੀ ਆ, ਤੇ ਲੋਕ ਫਿਰ ਉਸ ਬਦਲਾਵ ਤੋਂ ਆਪਣੇ ਆਪ ਪ੍ਰਭਾਵਿਤ ਹੁੰਦੇ ਹਨ, ਕਿਉਂਕਿ ਜੋ ਅਗਰਬੱਤੀ ਦੀ ਖੁਸ਼ਬੂ ਹੈ, ਉਹ ਸਾਰਿਆਂ ਨੂੰ ਬਿਨਾਂ ਕੁਝ ਕਹੇ ਹੀ ਹਮੇਸ਼ਾ ਪ੍ਰਭਾਵਿਤ ਕਰਦੀ ਹੈ। ਤੇ ਇਸੇ ਤਰ੍ਹਾਂ ਹੀ ਧਿਆਨ ਦੀ ਖੁਸ਼ਬੂ ਹੌਲੀ-ਹੌਲੀ, ਕਿਉਂਕਿ ਕਈ ਲੋਕ ਕਹਿੰਦੇ ਨੇ ਮੈਂ ਧਿਆਨ ਕਰਦੀ ਹਾਂ ਜਾਂ ਕਰਦਾ ਹਾਂ, ਮੇਰੇ ਪਰਿਵਾਰ ਵਾਲੇ ਧਿਆਨ ਨਹੀਂ ਕਰਦੇ। ਦੋਸਤੋ, ਸਭ ਤੋਂ ਪਹਿਲਾਂ ਤੁਸੀਂ ਆਪਣੀ ਜਰਨੀ ਤੇ ਫੋਕਸ ਕਰੋ। ਕਲੀਅਰ? ਹੌਲੀ-ਹੌਲੀ ਜੇਕਰ ਤੁਸੀਂ ਸਹੀ ਢੰਗ ਦੇ ਨਾਲ ਧਿਆਨ ਕਰਕੇ ਤੁਹਾਡੇ 'ਚ ਬਦਲਾਵ ਹੈ, ਤਾਂ ਤੁਸੀਂ ਦੇਖੋਗੇ ਤੁਹਾਡੇ ਆਸ-ਪਾਸ ਦੇ ਵਿੱਚ ਉਹ ਮਹਿਕ ਧਿਆਨ ਦੀ ਆਉਣੀ ਸ਼ੁਰੂ ਹੋ ਜਾਏਗੀ। ਇਹ ਮੇਰਾ ਵੀ ਪਰਸਨਲ ਐਕਸਪੀਰੀਅੰਸ ਹੈ। ਵਰਕ ਪਲੇਸ ਤੇ ਵੀ ਲੋਕ ਆਸ-ਪਾਸ ਬਦਲ ਰਹੇ ਹਨ, ਪਰਿਵਾਰ ਵਿੱਚ ਵੀ ਬਦਲ ਰਹੇ ਹਨ। ਇਹ ਚੀਜ਼ ਸਭ ਨਾਲ ਹੁੰਦੀ ਹੈ। ਕਿਉਂਕਿ ਦੋਸਤੋ, ਪਤਰੀ ਜੀ ਕਹਿੰਦੇ ਹਨ, ਅਸੀਂ ਬੇਸਿਕਲੀ ਇੱਥੇ ਲੋਕ ਕਲਿਆਣ ਲਈ ਆਏ ਹਾਂ। ਕਿਉਂਕਿ ਜਦੋਂ ਹੀ ਇਸ ਧਰਤੀ ਤੇ ਆਉਂਦੇ ਹਾਂ, ਅਸੀਂ ਇਹ ਚੀਜ਼ ਭੁੱਲ ਜਾਂਦੇ ਹਾਂ। ਸਾਨੂੰ ਲੱਗਦਾ ਹੈ ਕਿ ਬਸ ਅਸੀਂ, ਕਿਉਂਕਿ ਜਿੱਦਾਂ ਬਿਗਨਿੰਗ ਦੇ ਵਿੱਚ ਹੀ ਕਿਹਾ ਕਿ ਸਭ ਤੋਂ ਵੱਡੀ ਅਗਿਆਨਤਾ ਕੀ ਹੈ? ਆਪਣੇ ਆਪ ਨੂੰ ਸਿਰਫ ਸਰੀਰ ਮੰਨਣਾ ਇੱਕ ਅਗਿਆਨਤਾ ਹੈ। ਕਿਉਂਕਿ ਅਸੀਂ ਵੀ ਪਤਾ ਨਹੀਂ ਕਿੰਨੇ ਜਨਮ, ਜਾਂ ਅਸੀਂ ਕਿੰਨੇ ਸਾਲ ਇਸ ਜਨਮ ਤੇ ਇਸ ਸਾਡਾ ਜਿਹੜਾ ਇਹ ਜਨਮ ਹੈ, ਇਸ ਜਨਮ ਦੇ ਕਿੰਨੇ ਸਾਲ ਅਸੀਂ ਇਸ ਅਗਿਆਨਤਾ ਨਾਲ ਕੱਢੇ ਕਿ ਅਸੀਂ ਆਪਣੇ ਆਪ ਨੂੰ ਸਰੀਰ ਮੰਨਿਆ, ਤੇ ਅਸੀਂ ਸਿਰਫ ਸਵੇਰ ਤੋਂ ਲੈ ਕੇ ਰਾਤ ਤੱਕ ਜੋ ਵਰਲਡਲੀ ਕੰਮ ਸੀ, ਅਸੀਂ ਉਹਨਾਂ ਵਿੱਚ ਹੀ ਉਲਝੇ ਰਹੇ। ਤੇ ਲੇਕਿਨ ਸਾਡਾ ਸਭ ਵੱਡਾ ਪਰਪਸ ਸਾਡੀ ਆਤਮਾ ਦਾ ਜੋ ਹੈ, ਅਸੀਂ ਆਪਣੇ ਕਲਿਆਣ ਦੇ ਲਈ, ਆਪਣੀ ਆਤਮਾ ਦੇ ਕਲਿਆਣ ਲਈ, ਤੇ ਫਿਰ ਸਾਰੀ ਆਸ-ਪਾਸ ਲੋਕ ਕਲਿਆਣ ਲਈ ਆਏ ਹਾਂ। ਇਹ ਚੀਜ਼ ਸਾਨੂੰ ਧਿਆਨ ਨਾਲ ਹੀ ਮਹਿਸੂਸ ਹੋ ਸਕਦੀ ਹੈ। ਕਿਉਂਕਿ ਦੋਸਤੋ, ਜਦੋਂ ਅਸੀਂ ਧਿਆਨ ਨਹੀਂ ਕਰਦੇ, ਤਾਂ ਡੈਫੀਨੇਟਲੀ ਅਸੀਂ ਫਿਰ ਸਰੀਰ ਦੇ ਲੈਵਲ ਤੇ ਜਿਉਣਾ ਸ਼ੁਰੂ ਕਰਦੇ ਹਾਂ। ਜਦੋਂ ਵੀ ਕੁਝ ਗਲਤ ਹੁੰਦਾ ਹੈ, ਤਾਂ 1 ਮਿੰਟ ਲਈ ਰੁਕ ਕੇ ਸਾਨੂੰ ਅਵੇਅਰ ਹੋਣ ਦੀ ਜ਼ਰੂਰਤ ਹੁੰਦੀ ਹੈ। ਸਾਨੂੰ ਸਾਹਾਂ ਨਾਲ ਜੁੜਨ ਦੀ ਜ਼ਰੂਰਤ ਹੁੰਦੀ ਹੈ, ਔਰ ਅਸੀਂ ਫਿਰ ਆਤਮਾ ਦੇ ਐਨਰਜੀ ਤੇ ਸ਼ਿਫਟ ਹੋ ਜਾਂਦੇ ਹਾਂ। ਦੋਸਤੋ, ਇਹ ਬਹੁਤ ਹੀ ਪਿਆਰਾ ਐਕਸਪੈਰੀਮੈਂਟ ਹੈ, ਤੁਸੀਂ ਕਰ ਵੀ ਸਕਦੇ ਹੋ। ਜੋ ਕਿ ਸਿਰਫ ਐਕਸਪੈਰੀਮੈਂਟ ਹੀ ਨਹੀਂ, ਬਲਕਿ ਇਹ ਸਾਨੂੰ ਆਪਣੀ ਆਦਤ ਬਣਾਉਣੀ ਚਾਹੀਦੀ ਹੈ ਕਿ ਸਾਡੇ ਆਸ-ਪਾਸ ਜਦੋਂ ਵੀ ਸਾਨੂੰ ਕੁਝ ਅਜਿਹੀ ਸਥਿਤੀ ਆਵੇ, ਜੋ ਸਾਡੇ ਲਈ ਜਿਸ ਨੂੰ ਅਸੀਂ ਬਰਦਾਸ਼ਤ ਨਾ ਕਰ ਸਕੀਏ, ਜਾਂ ਅਸੀਂ ਉਸ ਤੋਂ ਬਹੁਤ ਨੈਗੇਟਿਵ ਐਨਰਜੀ ਆਏ, ਤਾਂ ਅਸੀਂ ਉਸ ਟਾਈਮ ਆਪਣੇ ਸਾਹ ਨਾਲ ਜੁੜੀਏ, ਤਾਂ ਇੱਕਦਮ ਸਾਡੀ ਜਿਹੜੀ ਸੋਚ ਦੀ ਊਰਜਾ ਹੈ ਸਹੀ, ਸਾਡੀ ਉਹ ਸੋਲ ਲੈਵਲ ਨਾਲ ਸ਼ਿਫਟ ਹੋ ਜਾਂਦੀ ਹੈ, ਕਨੈਕਟ ਹੋ ਜਾਂਦੀ ਹੈ, ਤੇ ਅਸੀਂ ਫਿਰ ਬਹੁਤ ਵੱਡੇ ਦ੍ਰਿਸ਼ਟੀਕੋਣ ਨਾਲ ਸੋਚ ਸਕਦੇ ਹਾਂ। ਕਿਉਂਕਿ ਅਸੀਂ ਸਾਰੇ ਹੀ ਪਤਰੀ ਜੀ ਆਖਦੇ ਹਨ ਕਿ ਅਸੀਂ ਸਾਰੇ ਹੀ ਪੀਐਸਐਸਐਮ ਮਾਸਟਰਸ, ਅਸੀਂ ਪੁਰਾਣੇ ਜਨਮਾਂ ਵਿੱਚ ਧਿਆਨ ਦੀ ਕਮਾਈ ਕਰਕੇ ਆਏ ਹਾਂ, ਤਾਂ ਹੀ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਫਿਰ ਤੋਂ ਇਸ ਧਿਆਨ ਦੀ ਯਾਤਰਾ ਦੇ ਵਿੱਚ ਇਕੱਠੇ ਹੋਏ ਹਾਂ। ਤੇ ਹੁਣ ਅਸੀਂ ਦੁਬਾਰਾ, ਜਦੋਂ ਸਾਨੂੰ ਇਸ ਪੂਰੀ ਸ੍ਰਿਸ਼ਟੀ ਨੇ ਇਹ ਮੌਕਾ ਦਿੱਤਾ ਹੈ, ਤਾਂ ਦੋਸਤੋ, ਇਸ ਮੌਕੇ ਨੂੰ ਅਸੀਂ ਬਿਲਕੁਲ ਵੀ ਗਵਾਉਣਾ ਨਹੀਂ ਹੈ। ਅਸੀਂ ਇਕੱਠੇ ਹੋ ਕੇ ਇਸੇ ਤਰ੍ਹਾਂ ਹੀ ਅਸੀਂ ਆਪਣੇ, ਕਿਉਂਕਿ ਸਾਡੇ ਪੁਰਾਣੇ ਜਨਮਾਂ ਦੀ ਕਮਾਈ ਹੈ, ਤੇ ਅਸੀਂ ਇਸ ਨੂੰ ਅੱਗੇ ਹੀ, ਕਿਉਂਕਿ ਅਸੀਂ ਅੱਜ ਜੋ ਕਰਦੇ ਹਾਂ, ਉਹ ਸਾਡਾ ਆਉਣ ਵਾਲੇ ਟਾਈਮ ਦਾ ਕਰਮ ਫਲ ਬਣ ਜਾਂਦਾ ਹੈ। ਜੋ ਅਸੀਂ
ਅੱਜ ਕਰ ਰਹੇ ਹਾਂ, ਇਹ ਸਾਡਾ ਪੁਰਾਣਾ ਕਰਮ ਫਲ ਹੈ। ਇਸੇ ਕਰਕੇ ਹੀ ਅਸੀਂ ਅੱਜ ਇੱਥੇ ਸੁਣ ਪਾ ਰਹੇ ਹਾਂ, ਧਿਆਨ ਕਰ ਪਾ ਰਹੇ ਹਾਂ ਜਾਂ ਮੈਂ ਬੋਲ ਪਾ ਰਹੀ ਹਾਂ, ਕਿਉਂਕਿ ਇਹ ਸਾਡੇ ਪੁਰਾਣੇ ਜਨਮਾਂ ਦੀ ਕਮਾਈ ਹੈ। ਅਸੀਂ ਕਿਉਂਕਿ ਪੱਤਰੀ ਜੀ ਫਿਰ ਦੂਸਰੀ ਗੱਲ ਬਹੁਤ ਇਸ ਦੇ ਨਾਲ ਹੀ ਕਨੈਕਟਡ ਬਹੁਤ ਅੱਛੀ ਕਹਿੰਦੇ ਹਨ ਕਿ ਲੇਕਿਨ ਇੱਕ ਗੱਲ ਹੋਰ ਧਿਆਨ ਨਾਲ ਜ਼ਰੂਰੀ ਸਾਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣੀ ਚਾਹੀਦੀ ਹੈ ਕਿ ਨਿਪੁੰਨ ਹੋਣ ਤੋਂ ਪਹਿਲਾਂ ਵੀ ਅਭਿਆਸ ਤੇ ਨਿਪੁੰਨ ਹੋਣ ਤੋਂ ਬਾਅਦ ਵੀ ਅਭਿਆਸ। ਸਾਨੂੰ ਕਈ ਵਾਰ ਲੱਗਦਾ ਹੈ ਕਿ ਠੀਕ ਹੈ ਅਸੀਂ ਮੈਡੀਟੇਸ਼ਨ ਵਿੱਚ ਆ ਕੇ ਹੁਣ ਅਸੀਂ ਠੀਕ ਹੈ ਕਈ ਵਾਰੀ ਅਸੀਂ ਥੋੜੇ ਲਥਾਰਜਿਕ ਹੋ ਜਾਂਦੇ ਹਾਂ, ਬਟ ਨਹੀਂ, ਅਭਿਆਸ ਤੇ ਬਹੁਤ ਹੀ ਪ੍ਰੈਸ਼ਰਾਈਜ਼ ਕਰਦੇ ਹਨ ਪੱਤਰੀ ਸਰ। ਉਹਨਾਂ ਨੇ ਕਿਹਾ ਹੈ ਕਿ ਸਾਨੂੰ ਬਾਰ-ਬਾਰ ਅਭਿਆਸ ਕਰਨਾ ਚਾਹੀਦਾ ਹੈ, ਕਿਉਂਕਿ ਅਭਿਆਸ ਦੇ ਨਾਲ ਹੀ ਅਸੀਂ ਸੰਪੂਰਨਤਾ ਵੱਲ ਵੱਧਦੇ ਹਾਂ। ਕਿਉਂਕਿ ਪੁਰਾਣੇ ਜਨਮਾਂ ਦੀ ਤਪੱਸਿਆ ਅਸੀਂ ਅੱਜ ਇਸ ਜਨਮ ਵਿੱਚ ਕਰ ਰਹੇ ਹਾਂ। ਤੇ ਇੱਕ ਬਹੁਤ ਹੀ ਖੂਬਸੂਰਤ ਐਗਜ਼ਾਮਪਲ ਸ਼ਿਵ ਜੀ ਦੀ ਦਿੰਦੇ ਹਨ। ਸਾਰੇ ਹੀ ਦੇਵਤਾ ਸ਼ਿਵ ਜੀ ਕੋਲ ਬਹੁਤ ਹੀ ਧਿਆਨ ਕਰਨ ਤੋਂ ਬਾਅਦ ਕੋਈ ਸ਼ਿਵ ਜੀ ਕੋਲ ਪਹੁੰਚਦੇ ਹਨ ਤੇ ਉਹਨਾਂ ਕੋਲ ਆਪਣੀ ਕੋਈ ਸਮੱਸਿਆ ਲੈ ਕੇ ਜਾਂਦੇ ਹਨ ਤੇ ਉਹ ਦੇਖਦੇ ਹਨ ਕਿ ਸ਼ਿਵ ਜੀ ਵੀ ਧਿਆਨ ਕਰ ਰਹੇ ਹਨ। ਤੇ ਫਿਰ ਉਹ ਬੜੇ ਹੈਰਾਨ ਹੁੰਦੇ ਹਨ ਕਿ ਸ਼ਿਵ ਜੀ ਤੁਸੀਂ ਵੀ ਧਿਆਨ ਕਰ ਰਹੇ ਹੋ, ਤੁਸੀਂ ਮਤਲਬ ਤੁਸੀਂ ਕਿਸ ਚੀਜ਼ ਲਈ ਧਿਆਨ ਕਰ ਰਹੇ ਹੋ? ਤੁਸੀਂ ਤਾਂ ਖੁਦ ਪਰਮਾਤਮਾ ਹੋ ਜਾਂ ਤੁਸੀਂ ਤਾਂ ਖੁਦ ਇੰਨੀ ਵੱਡੀ ਪਾਵਰ ਹੋ। ਤਾਂ ਸ਼ਿਵ ਜੀ ਆਖਦੇ ਹਨ ਕਿ ਤੁਸੀਂ ਹਜੇ ਜੋ ਜਿੰਨਾ ਸਿੱਖਿਆ, ਜਿੰਨਾ ਜਾਣਿਆ ਉਹ ਮੇਰੇ ਤੱਕ ਸੀਮਤ ਹੈ। ਲੇਕਿਨ ਮੇਰੇ ਤੋਂ ਅੱਗੇ ਵੀ ਬਹੁਤ ਜ਼ਿਆਦਾ ਜੋ ਹੈ ਉਹ ਹੋਰ ਜੋ ਹੈ ਸਪਿਰਿਚੁਅਲ ਲੈਵਲਸ ਹਨ। ਮੈਂ ਉੱਥੋਂ ਤੱਕ ਪਹੁੰਚਣ ਦੇ ਲਈ ਧਿਆਨ ਕਰ ਰਿਹਾ ਹਾਂ। ਤਾਂ ਦੋਸਤੋ ਇਹਦਾ ਮਤਲਬ ਕੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਹੀ ਮੈਂ ਕਿਹਾ ਹੈ ਕਿ ਜਾਣਨ ਇਸ ਸ੍ਰਿਸ਼ਟੀ ਦੇ ਵਿੱਚ, ਇਸ ਕਾਇਨਾਤ ਦੇ ਵਿੱਚ ਇੰਨਾ ਗਿਆਨ ਹੈ ਜਿਸਨੂੰ ਜਾਣਨ ਦਾ ਕੋਈ ਵੀ ਅੰਤ ਨਹੀਂ ਹੈ। ਇਸ ਕਰਕੇ ਜਿੰਨਾ ਅਸੀਂ ਧਿਆਨ ਦਾ ਸਫ਼ਰ ਕਰਦੇ ਰਹਿੰਦੇ ਹਾਂ, ਓਨੇ ਗਿਆਨ ਦੇ ਜੋ ਦਰਵਾਜ਼ੇ ਹਨ, ਪੋਰਟਲਸ ਹਨ, ਸਾਡੇ ਲਈ ਖੁੱਲਦੇ ਰਹਿੰਦੇ ਹਨ। ਕਿਉਂਕਿ ਸਿਰਫ ਇੱਕ ਅਰਥ ਹੀ ਇੱਕ ਪਲੇਸ ਨਹੀਂ ਹੈ। ਇਸ ਤੋਂ ਵੀ ਬਿਨਾਂ ਬਹੁਤ ਸਾਰੇ ਹੋਰ ਬ੍ਰਹਿਮੰਡ ਦੇ ਵਿੱਚ ਬਹੁਤ ਜ਼ਿੰਦਗੀਆਂ ਹਨ, ਜਿਨ੍ਹਾਂ ਨੂੰ ਅਸੀਂ ਜਾਣ ਸਕਦੇ ਹਾਂ। ਔਰ ਉਸ ਤੋਂ ਬਾਅਦ ਇੱਕ ਬਹੁਤ ਖੂਬਸੂਰਤ ਇਸੇ ਚੀਜ਼ ਨੂੰ ਹੀ ਐਕਸਪਲੇਨ ਕਰਨ ਲਈ ਬਹੁਤ ਪਿਆਰੀ ਐਗਜ਼ਾਮਪਲ ਬੁੱਧਾ ਜੀ ਦਿੰਦੇ ਹਨ। ਤੇ ਬੁੱਧਾ ਜੀ ਇੱਕ ਵਾਰੀ ਆਪਣੇ ਜੋ ਉਹਨਾਂ ਦੇ ਡਿਸਾਈਪਲ ਸੀ ਤੇ ਕਿਉਂਕਿ ਗੱਲ ਚੱਲ ਰਹੀ ਸੀ ਕਿ ਕਿੰਨਾ ਸਿੱਖਿਆ, ਬੁੱਧਾ ਜੀ ਨੇ ਕਿਹਾ ਮੈਂ ਤੁਹਾਨੂੰ ਕਿੰਨਾ ਸਿਖਾਇਆ। ਤਾਂ ਉਹ ਬੁੱਧਾ ਜੀ ਕਹਿੰਦੇ ਠੀਕ ਹੈ, ਤੁਸੀਂ ਇੱਕ ਪੇੜ ਤੋਂ ਕੁਛ ਪੱਤੇ ਜਿੰਨੇ ਤੁਹਾਡੇ ਹੱਥ 'ਚ ਆਉਂਦੇ ਹਨ ਉਹ ਤੋੜ ਕੇ ਲੈ ਕੇ ਆਓ। ਤੇ ਉਹਨਾਂ ਦੇ ਜੋ ਸ਼ਿਸ਼ਯ ਸੀ ਤੇ ਉਹ ਜਿੰਨੇ ਉਹਨਾਂ ਦੇ ਹੱਥ ਵਿੱਚ ਪੱਤੇ ਆਉਂਦੇ ਹਨ ਉਹ ਤੋੜ ਕੇ ਲੈ ਕੇ ਆਏ। ਤਾਂ ਉਹਨਾਂ ਨੇ ਪੁੱਛਿਆ ਕਿ ਪਿੱਛੇ ਕਿੰਨੇ ਪੱਤੇ ਬਚੇ ਹਨ? ਉਹ ਕਹਿੰਦੇ ਬਹੁਤ, ਅਨੰਤ। ਤਾਂ ਬੁੱਧਾ ਜੀ ਨੇ ਕਿਹਾ ਕਿ ਜਿੰਨਾ ਮੈਂ ਤੁਹਾਨੂੰ ਗਿਆਨ ਦਿੱਤਾ ਹੈ ਉਹ ਤੁਹਾਡੇ ਹੱਥ ਵਿੱਚ ਆਏ ਪੱਤਿਆਂ ਜਿੰਨਾ ਹੈ, ਲੇਕਿਨ ਹਜੇ ਜਿੰਨਾ ਗਿਆਨ ਬਾਕੀ ਰਹਿ ਗਿਆ ਹੈ ਉਹ ਉਸ ਦਰਖਤ ਦੇ ਉੱਤੇ ਲੱਗੇ ਹੋਏ ਪੱਤਿਆਂ ਜਿੰਨਾ ਹੈ। ਤਾਂ ਦੋਸਤੋ ਸੱਚਮੁੱਚ ਇਹ ਯਾਤਰਾ ਬਹੁਤ ਲੰਬੀ ਹੈ ਔਰ ਬਹੁਤ ਪਿਆਰੀ ਵੀ ਹੈ। ਇਸੇ ਤਰ੍ਹਾਂ ਹੀ ਅਸੀਂ ਅੱਜ ਤੱਕ ਜਿੰਨਾ ਗਿਆਨ ਪ੍ਰਾਪਤ ਕੀਤਾ ਹੈ ਆਪਣੇ ਧਿਆਨ ਤੋਂ, ਕਿਤਾਬਾਂ ਤੋਂ, ਅਸੀਂ ਆਪਣੇ ਮਾਸਟਰਸ ਤੋਂ, ਉਹ ਸਾਡੇ ਹੱਥ ਵਿੱਚ ਆਏ ਪੱਤਿਆਂ ਜਿੰਨਾ ਹੈ। ਲੇਕਿਨ ਦੋਸਤੋ ਦਰਖਤ ਤੇ ਹਜੇ ਬਹੁਤ ਪੱਤੇ ਲੱਗੇ ਹੋਏ ਹਨ, ਜਿਨ੍ਹਾਂ ਨੂੰ ਅਸੀਂ ਜਾਣਨਾ ਹੈ ਤੇ ਉਹ ਸਿਰਫ ਸਾਡਾ ਧਿਆਨ ਦੇ ਨਾਲ ਹੀ ਪੋਸੀਬਲ ਹੋ ਸਕਦਾ ਹੈ। ਔਰ ਨੈਕਸਟ ਚੀਜ਼ ਜੋ ਪੱਤਰੀ ਸਰ ਕਹਿੰਦੇ ਹਨ ਕਿ ਬੀਜ ਤੋਂ ਬਹੁਤ ਰੁੱਖ ਬਣ ਸਕਦੇ ਹਨ। ਸਾਨੂੰ ਅਗਰ ਅਸੀਂ ਕਿਸੇ ਨੂੰ ਪੂਰਾ ਪੇੜ ਨਹੀਂ ਦੇ ਸਕਦੇ, ਅਸੀਂ ਕੋਈ ਵੀ ਸਪਿਰਿਚੁਅਲ ਮਾਸਟਰ ਕਿਸੇ ਵੀ ਲਰਨਰ ਨੂੰ ਪੂਰਾ ਪੇੜ ਗਿਫਟ ਨਹੀਂ ਕਰ ਸਕਦਾ ਦੋਸਤੋ, ਇਹ ਸੱਚਾਈ ਹੈ। ਔਰ ਇਸੇ ਕਰਕੇ ਪੱਤਰੀ ਜੀ ਨੇ ਸਾਨੂੰ ਕਿਹਾ ਹੈ ਕਿ ਜੇ ਤੁਸੀਂ ਕਿਸੇ ਨੂੰ ਪੇੜਾਂ ਦੇ ਪੇੜ ਦੇਣੇ ਹਨ ਤਾਂ ਉਸ ਦਾ ਇੱਕ ਸਰਲ ਮਾਰਗ ਹੈ ਕਿ ਇੱਕ ਬੀਜ ਦੇ ਦਿਓ, ਕਿਉਂਕਿ ਬੀਜ ਤੋਂ ਅਨੰਤ ਰੁੱਖ ਬਣ ਸਕਦੇ ਹਨ। ਔਰ ਇਹ ਬੀਜ ਹੈ ਧਿਆਨ ਦਾ ਬੀਜ। ਅਗਰ ਤੁਸੀਂ ਕਿਸੇ ਨੂੰ ਧਿਆਨ ਦਾ ਬੀਜ ਦੇ ਸਕਦੇ ਹੋ ਤਾਂ ਉਹ ਕਿੰਨੇ ਹੀ ਰੁੱਖ ਅੱਗੇ ਤੋਂ ਅੱਗੇ ਪਾਸ ਔਨ ਕਰ ਸਕਦਾ ਹੈ। ਕਿਉਂਕਿ ਇੱਕ ਇਸਤਰੀ 15 ਤੋਂ, ਇੱਕ ਉਹ ਇਸਤਰੀ ਜੋ ਕਦੇ ਵੀ ਮਾਂ ਨਹੀਂ ਬਣੀ, ਤਾਂ ਉਹ 15 ਤੋਂ 50 ਤੱਕ ਕਦੇ ਵੀ ਮਾਂ ਬਣ ਸਕਦੀ ਹੈ। ਉਸ ਦੇ ਵਿੱਚ ਪੂਰੀ ਸਮਰੱਥਾ ਹੁੰਦੀ ਹੈ। ਇਸੇ ਤਰ੍ਹਾਂ ਹੀ ਸਾਡੀ ਜੋ ਸੋਲ ਹੈ, ਸਾਨੂੰ ਵੀ ਇਨਲਾਈਟਨਮੈਂਟ ਦਾ ਬੀਜ ਸਾਡੇ ਅੰਦਰ ਹੁੰਦਾ ਹੈ ਤੇ ਅਸੀਂ ਕਦੇ ਵੀ ਇਨਲਾਈਟਨਡ ਹੋ ਸਕਦੇ ਹਾਂ। ਲੇਕਿਨ ਉਸਦੇ ਲਈ ਜ਼ਰੂਰੀ ਹੈ ਕਿ ਅਸੀਂ ਗਿਆਨ ਦੇ ਰਾਸਤੇ ਨਾਲ ਜੁੜੀਏ, ਜਿਹੜਾ ਕਿ ਧਿਆਨ ਹੈ, ਕਿਉਂਕਿ ਹਰ ਬੀਜ ਵਿੱਚ ਰੁੱਖ ਬਣਨ ਦੀ ਸਮਰੱਥਾ ਹੈ। ਸਾਡੇ ਅੰਦਰ ਸਾਰੀਆਂ ਦੈਵੀਆਂ ਸ਼ਕਤੀਆਂ ਹਨ ਔਰ ਧਿਆਨ ਨਾਲ ਹੀ ਇਹ ਸ਼ਕਤੀਆਂ ਜਿਹੜੀਆਂ ਨੇ ਅਸੀਂ ਜਾਗਰਿਤ ਕਰ ਸਕਦੇ ਹਾਂ। ਕਿਉਂਕਿ ਜਦੋਂ ਪੱਤਰੀ ਸਰ ਕਹਿੰਦੇ ਨੇ ਕਿ ਅਸੀਂ ਪਰਮਾਤਮਾ ਹਾਂ, ਉਸਦਾ ਇਹੀ ਮਤਲਬ ਹੁੰਦਾ ਹੈ ਕਿ ਸਾਡੇ ਅੰਦਰ ਸਾਰੀਆਂ ਸ਼ਕਤੀਆਂ ਮੌਜੂਦ ਹਨ। ਸਿਰਫ ਔਰ ਸਿਰਫ ਜ਼ਰੂਰਤ ਹੈ ਉਹਨਾਂ ਸ਼ਕਤੀਆਂ ਨੂੰ ਮਹਿਸੂਸ ਕਰਨ ਦੀ, ਜਾਗਰਿਤ ਕਰਨ ਦੀ, ਜਿਹੜੀਆਂ ਕਿ ਧਿਆਨ ਨਾਲ ਹੀ ਹੁੰਦੀਆਂ ਹਨ।
ਅਸੀਂ ਬੀਜ ਰੂਪ ਵਿੱਚ ਭਗਵਾਨ ਹਾਂ ਤੇ ਸਾਨੂੰ ਰੁੱਖ ਰੂਪ ਵਿੱਚ ਭਗਵਾਨ ਬਣਨਾ ਹੈ। This is the most beautiful thing that I always love to share ਕਿ ਅਸੀਂ ਬੀਜ ਰੂਪ ਵਿੱਚ ਭਗਵਾਨ ਹਨ। ਜਿੰਨਾ ਅਸੀਂ ਹਰ ਰੋਜ਼ ਧਿਆਨ ਕਰਦੇ ਜਾਵਾਂਗੇ ਦੋਸਤੋ, ਓਨਾ ਅਸੀਂ ਆਪਣੇ ਰੁੱਖ ਰੂਪੀ ਪਰਮਾਤਮਾ ਦੇ ਸਰੂਪ ਵੱਲ ਵੱਧਦੇ ਜਾਵਾਂਗੇ, ਉਨੀ ਸਾਡੀ ਜਿਹੜੀ ਆ ਤਰੱਕੀ ਹੁੰਦੀ ਜਾਏਗੀ, ਕਿਉਂਕਿ ਅਸੀਂ ਸਾਰੇ ਭਗਵਾਨ ਹਾਂ। ਪਤਰੀ ਜੀ ਦੇ ਇਸ ਗਿਆਨ ਨਾਲ ਅਸੀਂ ਜਾਣਿਆ ਕਿ ਸਾਡੇ ਸਾਰਿਆਂ ਅੰਦਰ ਦਿਵਯਤਾ ਹੈ ਔਰ ਉਸਨੂੰ ਦਿਵਯਤਾ ਨੂੰ ਅਹਿਸਾਸ ਕਰਨ ਦਾ ਸਭ ਤੋਂ ਸਰਲ ਰਸਤਾ ਹੈ ਧਿਆਨ, ਔਰ ਸਭ ਤੋਂ ਜ਼ਰੂਰੀ ਚੀਜ਼ ਹੈ ਅਭਿਆਸ, ਅਭਿਆਸ ਔਰ ਅਭਿਆਸ। ਔਰ ਇਹੀ ਅਭਿਆਸ ਹੈ ਜੋ PSSM ਦੇ ਮੰਚ ਤੋਂ ਅਲੱਗ-ਅਲੱਗ ਪ੍ਰੋਗਰਾਮਾਂ ਦੇ ਥਰੂ ਚੱਲਦਾ ਰਹਿੰਦਾ ਹੈ, ਔਰ ਇਹੀ ਅਭਿਆਸ ਹੈ ਜੋ ਅਸੀਂ ਹਮੇਸ਼ਾ ਇਕੱਠੇ ਹੋ ਕੇ ਕਰਦੇ ਹਾਂ। ਤੇ ਇਸ ਤਰ੍ਹਾਂ ਦੋਸਤੋ ਇਹ ਜੋ ਪਤਰੀ ਸਰ ਦਾ ਕਨਸੈਪਟ ਸੈਕਿੰਡ ਐਪੀਸੋਡ 'ਚ ਉਹਨਾਂ ਨੇ ਸ਼ੇਅਰ ਕੀਤਾ ਕਿ ਅਸੀਂ ਜੋ ਗਿਆਨ, ਦਿਵਯ ਗਿਆਨ ਜੋ ਹੈ ਉਹ ਧਿਆਨ ਨਾਲ ਹੀ ਪਾ ਸਕਦੇ ਹਾਂ, ਤੇ ਇਹ ਅਸੀਂ ਜਾਣਿਆ। ਤੇ ਇਸ ਨਾਲ ਮੈਂ ਇੱਕ ਛੋਟੀ ਜਿਹੀ ਗੱਲ ਜੋ ਇਸੇ ਪੂਰੇ ਐਪੀਸੋਡ ਨਾਲ ਕਨੈਕਟਡ ਹੈ, ਛੋਟੀ ਜਿਹੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਦੋਸਤੋ ਅਸੀਂ ਸਭ ਨੇ ਵਿਕਰਮ ਬੇਤਾਲ ਦੀ ਕਹਾਣੀ ਸੁਣੀ ਹੈ, ਅਸੀਂ ਸਭ ਨੇ ਵਿਕਰਮ ਬੇਤਾਲ ਵਾਲੇ ਪੜ੍ਹਿਆ ਹੈ, ਤੇ ਅਸੀਂ ਜਾਣਦੇ ਹਾਂ ਕਿ ਬੇਤਾਲ ਜੋ ਹੈ ਇੱਕ ਜਿਸਨੂੰ ਪ੍ਰੇਤ ਆਖਿਆ ਗਿਆ ਸੀ, ਤੇ ਵਿਕਰਮ ਨੇ ਉਸਨੂੰ, ਰਾਜਾ ਵਿਕਰਮਦੱਤਿਆ ਨੇ ਉਸਨੂੰ ਆਪਣੇ ਮਹਿਲ ਦੇ ਵਿੱਚ ਲੈ ਕੇ ਜਾਣਾ ਸੀ। ਲੇਕਿਨ ਬੇਤਾਲ ਨੇ ਇਹ ਸ਼ਰਤ ਲਗਾਈ ਸੀ ਕਿ ਮੈਂ ਤੈਨੂੰ ਇੱਕ ਕਹਾਣੀ ਸੁਣਾਵਾਂਗਾ, ਤੇ ਕਹਾਣੀ ਸੁਣਾਉਂਦੇ ਮੈਂ ਤੇਰੇ ਤੋਂ ਕੋਈ ਕੁਐਸਚਨ ਪੁੱਛਾਂਗਾ, ਜੇਕਰ ਤੂੰ ਸਹੀ ਜਵਾਬ ਦਿੱਤਾ ਉਸਦਾ ਤਾਂ ਮੈਂ ਫਿਰ ਪਿੱਛੇ ਪੇੜ ਤੇ ਚਲਾ ਜਾਵਾਂਗਾ ਵਾਪਸ, ਤੇ ਜੇ ਤੂੰ ਨਹੀਂ ਸਹੀ ਜਵਾਬ ਨਹੀਂ ਦਿੱਤਾ ਤਾਂ ਮੈਂ ਤੈਨੂੰ ਮਾਰ ਦਵਾਂਗਾ। ਤਾਂ ਹੁਣ ਉਸਦਾ ਪ੍ਰੋਬਲਮ ਕੀ ਸੀ ਕਿ ਜੇ ਅਗਰ ਸਹੀ ਜਵਾਬ ਦਿੰਦਾ ਸੀ ਤਾਂ ਵੀ ਉਸ ਲਈ ਪ੍ਰੋਬਲਮ ਸੀ, ਜੇ ਗਲਤ ਜਵਾਬ ਦਿੰਦਾ ਸੀ ਤਾਂ ਵੀ ਪ੍ਰੋਬਲਮ ਸੀ। ਤੇ ਇਸ ਦਾ ਬੈਸਟ ਸੋਲੂਸ਼ਨ ਕੀ ਸੀ ਕਿ ਰਾਜਾ ਵਿਕਰਮਾਦਿੱਤਿਆ ਚੁੱਪ ਰਹੇ। ਕਲੀਅਰ ਦੋਸਤੋ, ਅਸੀਂ ਜਾਣਦੇ ਹਾਂ ਕਿ ਉਹ 24 ਟਾਈਮਸ ਜੋ ਹੈ ਵਿਕਰਮਾਦਿੱਤਿਆ ਨੂੰ ਉਹਨੇ ਕਹਾਣੀ ਸੁਣਾਈ ਸੀ, ਕਿਉਂਕਿ ਪਹਿਲੀ ਕਹਾਣੀ ਸੁਣਾਈ ਉਹ ਇੰਨਾ ਇਨਗਰੋਸਡ ਹੋ ਜਾਂਦੇ ਨੇ ਕਿ ਉਹ ਭੁੱਲ ਹੀ ਜਾਂਦੇ ਨੇ ਕਿ ਉਹਨਾਂ ਨੇ ਚੁੱਪ ਰਹਿਣਾ ਹੈ, ਔਰ ਫਿਰ ਉਹ ਸੋਲੂਸ਼ਨ ਦੱਸ ਦਿੰਦੇ ਹਨ। ਔਰ ਫਿਰ ਕਿਉਂਕਿ ਸੋਲੂਸ਼ਨ ਸਹੀ ਹੁੰਦਾ ਹੈ, ਇਸ ਕਰਕੇ ਉਹ ਫਿਰ ਜੋ ਹੈ ਪਿੱਛੇ ਮੁੜ ਜਾਂਦੇ ਨੇ ਦਰਖਤ ਤੇ, ਔਰ ਦੂਸਰੀ ਕਹਾਣੀ ਸੁਣਾਉਂਦੇ ਆ। ਦੂਸਰੀ ਕਹਾਣੀ ਦੇ ਵਿੱਚ ਰਾਜਾ ਵਿਕਰਮਾਦਿੱਤਿਆ ਪੂਰੀ ਤਰ੍ਹਾਂ ਇਨਗਰੋਸਡ ਹੋ ਜਾਂਦੇ ਨੇ ਤੇ ਫਿਰ ਭੁੱਲ ਜਾਂਦੇ ਹਨ ਕਿ ਉਹਨਾਂ ਨੇ ਚੁੱਪ ਰਹਿਣਾ ਹੈ, ਉਹਨਾਂ ਨੇ ਕੋਈ ਸੋਲੂਸ਼ਨ ਨਹੀਂ ਦੇਣਾ, ਨਹੀਂ ਤਾਂ ਇਹ ਬੇਤਾਲ ਫਿਰ ਪਿੱਛੇ ਰੁੱਖ ਤੇ ਚਲਾ ਜਾਏਗਾ। ਦੋਸਤੋ 24 ਵਾਰ ਹੁੰਦਾ ਹੈ, ਲੇਕਿਨ 24 ਵਾਰ ਲਾਸਟ ਟਾਈਮ ਵਿਕਰਮਾਦਿੱਤਿਆ ਯਾਦ ਰੱਖਦੇ ਹਨ ਕਿ ਨਹੀਂ, ਮੈਂ ਨਹੀਂ ਬੋਲਣਾ, ਮੈਂ ਕੋਈ ਸੋਲੂਸ਼ਨ ਨਹੀਂ ਦੇਣਾ, ਮੈਂ ਬਿਲਕੁਲ, ਉਹ ਅਵੇਅਰਨੈਸ ਦੇ ਵਿੱਚ ਰਹਿੰਦੇ ਹਨ। 23 ਵਾਰ ਉਹ ਅਵੇਅਰਨੈਸ ਤੋਂ ਛੁੱਟ ਜਾਂਦੇ ਨੇ, ਅਵੇਅਰਨੈਸ 23 ਵਾਰ ਉਹਨਾਂ ਦੀ ਛੁੱਟ ਜਾਂਦੀ ਆ, ਲੇਕਿਨ 24ਵੀਂ ਵਾਰ ਉਹਨਾਂ ਦੀ ਅਵੇਅਰਨੈਸ ਬਣੀ ਰਹਿੰਦੀ ਆ, ਤੇ ਉਹ ਬਿਲਕੁਲ ਕੋਈ ਜਵਾਬ ਨਹੀਂ ਦਿੰਦੇ, ਤੇ ਐਂਡ ਹੀ ਬਿਕੇਮ ਸਕਸੈਸਫੁਲ, ਔਰ ਫਿਰ ਉਹ ਉਹਨਾਂ ਨੂੰ ਆਪਣੇ ਉੱਥੇ ਕਿੰਗਡਮ ਦੇ ਵਿੱਚ ਲਿਜਾਣ ਲਈ ਸਕਸੈਸਫੁਲ ਰਹਿੰਦੇ ਨੇ। ਤੇ ਦੋਸਤੋ ਇਸ ਕਹਾਣੀ ਅਗਰ ਜੇ ਸਾਨੂੰ ਸਮਝ ਆ ਜਾਵੇ ਤਾਂ ਸਾਡੇ ਲਈ ਬਹੁਤ ਵੱਡਾ ਮੈਸੇਜ ਹੈ ਕਿ ਅਸੀਂ ਵੀ ਬਾਰ-ਬਾਰ ਜਨਮ ਲੈਂਦੇ ਹਾਂ, ਬਾਰ-ਬਾਰ ਆਉਂਦੇ ਹਾਂ ਇਸ ਧਰਤੀ ਤੇ ਅਸੀਂ ਵੀ ਆਪਣਾ ਮਕਸਦ ਭੁੱਲ ਜਾਂਦੇ ਹਾਂ। ਅਸੀਂ ਇਸ ਦੁਨੀਆ ਦੇ ਵਿੱਚ ਇੰਨੀ ਕੁ ਜ਼ਿਆਦਾ ਇਨਵੋਲਵ ਹੋ ਜਾਂਦੇ ਹਾਂ, ਜਿੱਦਾਂ ਕਿ ਰਾਜਾ ਵਿਕਰਮਾਦਿੱਤਿਆ ਕਹਾਣੀ 'ਚ ਇੰਨਾ ਇਨਵੋਲਵ ਹੋ ਜਾਂਦੇ ਸੀ ਤੇ ਮੇਨ ਗੱਲ ਭੁੱਲ ਜਾਂਦੇ ਸੀ। ਅਸੀਂ ਵੀ ਬਾਰ-ਬਾਰ ਇਸ ਧਰਤੀ ਤੇ ਆ ਰਹੇ ਹਾਂ ਤੇ ਅਸੀਂ ਆਪਣਾ ਜੀਵਨ ਦਾ ਮਕਸਦ ਭੁੱਲ ਜਾਂਦੇ ਹਾਂ। ਲੇਕਿਨ ਵਿਕਰਮਾਦਿੱਤਿਆ ਦੀ ਤਰ੍ਹਾਂ ਜੇ ਸਾਨੂੰ 24 ਵਾਰ ਵੀ ਯਾਦ ਆ ਜਾਵੇ ਤਾਂ ਦੋਸਤੋ ਸਾਨੂੰ ਫੇਰ ਨਹੀਂ ਭੁੱਲਣਾ ਚਾਹੀਦਾ। ਮੈਨੂੰ ਲੱਗਦਾ ਹੁਣ ਅਸੀਂ ਧਿਆਨ ਨਾਲ ਹਮੇਸ਼ਾ ਯਾਦ ਰੱਖਾਂਗੇ ਕਿ ਸਾਡਾ ਮਕਸਦ ਕੀ ਹੈ ਇਸ ਧਰਤੀ ਦਾ, ਤਾਂ ਕਿ ਅਸੀਂ ਵੀ ਜੋ ਹੈ ਆਪਣੇ ਇਸ ਪਰਪਸ ਨੂੰ ਯਾਦ ਕਰਕੇ ਅਸੀਂ ਵੀ ਆਪਣੀ ਅਧਿਆਤਮਿਕ ਉੱਨਤੀ ਵਿੱਚ ਸਫਲ ਹੋ ਸਕੀਏ। ਜਿਸ ਪਰਪਸ ਨੂੰ, ਜਿਸ ਪਲਾਟ ਨੂੰ ਅਸੀਂ ਲਿਖਾ ਕੇ ਇੱਥੇ ਆਏ ਹਾਂ, ਅਸੀਂ ਉਸ ਨੂੰ ਪੂਰਾ ਸਕਸੈਸਫੁਲੀ ਪੂਰਾ ਕਰਕੇ ਵਾਪਸ ਜਾ ਸਕੀਏ। ਨਹੀਂ ਤਾਂ ਫਿਰ ਦੋਸਤੋ ਉਹੀ ਜਨਮ ਮਰਨ ਦੇ ਗੇੜੇ ਨੇ। ਇਸ ਜਨਮ ਦੇ ਵਿੱਚ ਤਾਂ ਫਿਰ ਯਾਦ ਆ ਗਿਆ ਧਿਆਨ ਦੇ ਥਰੂ, ਫਿਰ ਅਗਲੇ ਜਨਮਾਂ ਦਾ ਕੋਈ ਕੁਝ ਕਹਿ ਨਹੀਂ ਸਕਦੇ। ਤਾਂ ਹੁਣ ਮੈਨੂੰ ਲੱਗਦਾ ਹੈ ਕਿ ਅਸੀਂ ਹਮੇਸ਼ਾ ਹੀ ਇਸ ਲੈਸਨ ਨੂੰ ਯਾਦ ਰੱਖਾਂਗੇ ਕਿ ਸਾਡਾ ਇਸ ਧਰਤੀ ਤੇ ਆਉਣ ਦਾ ਪਰਪਸ ਕੀ ਹੈ, ਤੇ ਉਹ ਪਰਪਸ ਜੋ ਕਿ ਜਿਸ ਦੇ ਵਿੱਚ ਆਪਣੀ ਭਲਾਈ ਹੈ, ਇਸ ਸੰਸਾਰ ਦੀ ਭਲਾਈ ਹੈ, ਉੱਨਤੀ ਹੈ, ਤਰੱਕੀ ਹੈ, ਖੁਸ਼ੀ ਹੈ, ਪਿਆਰ ਹੈ। ਤੇ ਇਹ ਲੈਸਨ ਜੋ ਹੈ, ਇਹ ਗਿਆਨ ਜੋ ਹੈ, ਇਹ ਹਮੇਸ਼ਾ ਹੀ ਧਿਆਨ ਦੇ ਨਾਲ ਆਉਂਦਾ ਹੈ ਤੇ ਧਿਆਨ ਨਾਲ ਹੀ ਟਿਕਿਆ ਵੀ ਰਹਿੰਦਾ ਹੈ। ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਥੈਂਕ ਯੂ ਛਾਇਆ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ। ਤੁਸੀਂ ਪਿਤਾਮਾ ਪਤਰੀ ਜੀ ਦੇ ਦੱਸੇ ਹੋਏ ਮਾਰਗ ਇੰਨੇ ਸਰਲ ਤਰੀਕੇ ਦੇ ਨਾਲ ਇੱਥੇ ਇਹ ਸਾਰੇ ਹੀ ਗਰੁੱਪ ਨੂੰ
ਉਤਸ਼ਾਹਿਆ ਤੁਸੀਂ ਉਹ ਐਕਸਪਲੇਨ ਕੀਤੇ ਨੇ ਆਤਮਾ ਤੇ ਸਰੀਰ ਦਾ ਰਿਲੇਸ਼ਨ ਜਿਹੜਾ ਤੁਸੀਂ ਕਿੰਨੇ ਸੁੰਦਰ ਤਰੀਕੇ ਦੇ ਨਾਲ ਉਹ ਐਗਜ਼ਾਮਪਲਾਂ ਦੇ ਕੇ ਤੇ ਇਸ ਗਰੁੱਪ ਨੂੰ ਦੱਸਿਆ। ਇਸ ਗਰੁੱਪ ਨੂੰ ਬਹੁਤ ਹੀ ਮੁੱਲੇਵਾਨ ਨੌਲੇਜ ਜਿਹੜੀ ਤੁਸੀਂ ਦਿੱਤੀ ਆ ਉਹਦੇ ਵਾਸਤੇ ਸਾਰਾ ਗਰੁੱਪ ਹੀ ਤੁਹਾਡਾ ਧੰਨਵਾਦ ਕਰਦਾ ਹੈ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਆਪਣਾ ਬਹੁਮੁੱਲੇ ਬੜਾ ਕੀਮਤੀ ਟਾਈਮ ਕੱਢ ਕੇ ਸਾਡੇ ਨਾਲ ਇੱਥੇ ਆ ਕੇ ਆਪਦੇ ਵਿਚਾਰ ਸ਼ੇਅਰ ਕੀਤੇ ਨੇ ਤੇ ਹੁਣ ਅਗਰ ਕੋਈ ਸਾਡੇ ਜਿੰਨੇ ਵੀ ਸਾਡੇ ਪ੍ਰੇਮੀ ਪਰਿਵਾਰ ਦੇ ਵਿੱਚ ਬੈਠੇ ਹੋਏ ਨੇ ਕਿਸੇ ਨੇ ਹੈਂਡ ਰੇਜ਼ ਕਰਨਾ ਤੇ ਹੈਂਡ ਰੇਜ਼ ਹੋਇਆ ਪਿਆ। ਸਾਡੀ ਪਿਆਰੀ ਭੈਣ ਜੀ ਗਗਨਦੀਪ ਕੌਰ ਜੀ ਨੇ ਹੈਂਡ ਰੇਜ਼ ਕੀਤਾ ਹੋਇਆ ਤੇ ਉਹ ਆਪਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਹਾਂਜੀ ਮੈਡਮ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਮੈਮ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਜੱਸੀ ਮੈਮ ਦਾ ਹਿੰਦੀ ਚ ਤਾਂ ਸੁਣਿਆ, ਧਿਆਨ ਮਾਂ ਚੱਕਰ PDF ਪ੍ਰਿੰਟ ਆਊਟ ਕਰਕੇ ਵੀ ਪੜਿਆ, ਪਰ ਜਿਵੇਂ ਸਰਲ ਸਿੰਪਲ ਪੰਜਾਬੀ ਮਾਂ ਬੋਲੀ ਉਹਦੇ ਚ ਜ਼ਿਆਦਾ ਪਤਾ ਲੱਗਦਾ ਹਨਾ, ਅਟੈਚਮੈਂਟ ਹੁੰਦੀ ਹੈ ਆਪਣੀ ਬੋਲੀ ਨਾਲ। ਤੇ ਮੈਮ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਮੈਨੂੰ ਬੜੀ ਇੰਜ਼ਾਇਟੀ ਜਿੱਦਾਂ ਘਬਰਾਹਟ ਹੁੰਦੀ ਸੀਗੀ ਕਿ ਜਿੱਦਾਂ ਮੈਂ ਸੀਨੀਅਰ ਮਾਸਟਰ ਨਾਲ ਕਿੱਦਾਂ ਗੱਲ ਕਰਨੀ ਹਨਾ, ਜਿਵੇਂ ਆਪਣੀ ਗੱਲ ਵੀ ਹੋਈ ਸੀ। ਮੈਨੂੰ ਮੈਮ ਨੇ ਬਹੁਤ ਕਲੀਅਰ ਕੀਤਾ। ਮੈਮ ਕਹਿੰਦੇ ਕਿ ਨਹੀਂ ਗੱਲ ਕਰੋ ਤੁਸੀਂ, ਪੱਤਰੀ ਸਰ ਨੇ ਇਹੀ ਤੇ ਦੱਸਿਆ ਹਨਾ, ਕਿ ਮੈਨੂੰ ਲੱਗਦਾ ਸੀ ਕਿ ਨਹੀਂ ਸੀਨੀਅਰ ਉਹ ਕਹਿਣਗੇ ਨਹੀਂ ਵੀ ਤੂੰ ਕੱਲ ਦੀ ਧਿਆਨ ਚ ਆਈ ਤੇ ਮੈਂ ਹੁਣ ਮਤਲਬ ਤੁਹਾਡੇ ਕਹੇ ਤੇ ਮੈਂ ਤੁਹਾਡਾ ਇਨਵੀਟੇਸ਼ਨ ਐਕਸੈਪਟ ਕਰਾਂ। ਪਰ ਮੈਂ ਸਭ ਲਈ ਕਲੀਅਰ ਕਰਨਾ ਚਾਹੁੰਦੀ ਵੀ ਬਹੁਤ ਵਿਸ਼ਾਲ ਆ ਸਾਡੇ ਜਿੰਨੇ ਸੀਨੀਅਰ ਮਾਸਟਰ, ਇਹਨਾਂ ਦਾ ਦਿਲ ਤੇ ਸਮੁੰਦਰ ਆ। ਵਾਕਿਆ ਤੁਸੀਂ ਕਿਹਾ ਵੀ ਸਮੁੰਦਰ ਵਾਂਗ ਹੀ ਆ ਸਭ, ਤੇ ਵਾਕਿਆ ਮੈਨੂੰ ਵੀ ਇਹੀ ਐਕਸਪੀਰੀਅੰਸ ਹੋਇਆ ਕਿ ਸਮੁੰਦਰ ਵਾਂਗ ਹੋ। ਤੇ ਅਗੇਨ ਮੈਮ ਬਹੁਤ ਬਹੁਤ ਥੈਂਕ ਯੂ ਵੈਰੀ ਮਚ। ਥੈਂਕ ਯੂ ਮੈਮ, ਥੈਂਕ ਯੂ। ਹਾਂਜੀ ਥੈਂਕ ਯੂ ਗਗਨਦੀਪ ਜੀ, ਥੈਂਕ ਯੂ। ਹੋਰ ਕਿਸੇ ਨੇ ਕੋਈ ਸਵਾਲ ਕੋਈ ਵਿਚਾਰ ਦੇ ਉੱਤੇ ਕੋਈ ਪੁੱਛਣਾ ਤੇ ਦੱਸੋ। ਆਪਣਾ ਸਰ ਜੀ ਪੁੱਛ ਲਓ, ਜੇ ਕਿਸੇ ਨੇ ਪੁੱਛਣਾ ਬਾਅਦ ਚ ਮੈਨੂੰ 2 ਮਿੰਟ ਜ਼ਰੂਰ ਦਿਓ। ਹਾਂਜੀ ਠੀਕ ਹੈ ਜੀ। ਸੁਖਬੀਰ ਮੈਮ, ਸੁਖਬੀਰ ਮੈਮ ਨੇ ਹੈਂਡ ਰੇਜ਼ ਕੀਤਾ। ਹਾਂਜੀ ਸੁਖਬੀਰ ਜੀ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸ਼ਾਹ ਮੈਮ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਗਰੁੱਪ ਵਿੱਚ ਆਉਣ ਦਾ ਤੇ ਬਹੁਤ ਬਹੁਤ ਧੰਨਵਾਦ। ਤੁਹਾਡੇ ਵਰਗੀਆਂ ਰੂਹਾਂ ਦੀ ਜਿਹੜੀ એનર્ਜੀ ਆ ਨਾ, ਉਹੀ ਬਹੁਤ ਗਰੁੱਪ ਦੀ એનર્ਜੀ ਇਨਕਰੀਜ਼ ਕਰ ਜਾਂਦੀ ਆ। ਬਾਕੀ ਵਰਡਿੰਗ ਦਾ ਤੇ ਕੋਈ ਤੁਹਾਡਾ ਜਵਾਬ ਹੀ ਨਹੀਂ। ਜਿਵੇਂ ਤੁਸੀਂ ਪਿਤਾਮਾ ਪਤਰੀ ਜੀ ਦੇ ਸਿੱਖਿਆਵਾਂ ਨੂੰ, ਉਹਨਾਂ ਦੇ ਬੋਲਾਂ ਨੂੰ ਆਪਣੇ ਮਤਲਬ ਲੈਂਗੁਏਜ ਵਿੱਚ ਪਰੋ ਕੇ ਦੱਸਿਆ ਤੇ ਬਹੁਤ ਬਹੁਤ ਵਧੀਆ ਲੱਗਾ। ਬਸ ਜੋ ਅੰਦਰੋਂ ਰੂਹ ਨੂੰ ਮਤਲਬ ਹੁੰਦੀ ਆ ਨਾ ਖੁਸ਼ੀ ਤੁਹਾਨੂੰ ਵੇਖ ਕੇ ਸਾਰੀਆਂ ਡਿਵਾਈਨ ਸੋਲਸ ਨੂੰ, ਤੇ ਉਹ ਮਤਲਬ ਕਿ ਬਿਆਨ ਸ਼ਬਦਾਂ ਚ ਕਰਨੀ ਬੜੀ ਮੁਸ਼ਕਿਲ ਲੱਗਦੀ, ਪਰ ਤੁਸੀਂ ਆਉਂਦੇ ਰਿਹਾ ਕਰੋ। ਤੇ ਇਹ ਸਭ ਕੁਝ ਹੀ ਸਾਡੀ ਜੱਸੀ ਮੈਡਮ ਨੂੰ ਸਿਰ ਆ ਜਾਂਦਾ ਜਿਨ੍ਹਾਂ ਨੇ ਇਹ ਧਿਆਨ ਜਗਤ ਸ਼ੁਰੂ ਕੀਤਾ। ਮੈਮ ਜੀ ਮੈਂ ਮਾਰਚ ਵਿੱਚ ਆਪਣੀ ਕੀਤੀ ਸੀ ਐਸੇ 2021 ਵਿੱਚ ਯਾਤਰਾ ਸ਼ੁਰੂ ਕੀਤੀ ਸੀ ਧਿਆਨ ਦੀ, ਤੇ ਮੈਂ ਰੋਜ਼ ਮੈਮ ਦਾ ਸੈਸ਼ਨ ਅਟੈਂਡ ਕਰਦੀ ਹੁੰਦੀ ਸੀਗੀ, ਸੈਲਫ ਮਾਸਟਰੀ ਵਗੈਰਾ ਸਾਰੇ ਕੀਤੇ ਉਹਨਾਂ ਦੇ। ਤੇ ਫਿਰ ਮੈਨੂੰ ਮੈਂ ਕਿਹਾ ਪਤਾ ਨਹੀਂ, ਮੈਨੂੰ ਸਮਝ ਨਹੀਂ ਲੱਗਦੀ, ਮੈਨੂੰ ਪੰਜਾਬੀ ਵਿੱਚ ਵੀ ਕਿਤੇ ਮਿਲ ਜਾਵੇ। ਉਨੀ ਦੇਰ ਨੂੰ ਮੈਮ ਦਾ ਆ ਗਿਆ ਕਿ ਇਹਨਾਂ ਨੇ ਸਟਾਰਟ ਕਰ ਦਿੱਤਾ ਤੇ ਮੈਨੂੰ ਬੜੀ ਖੁਸ਼ੀ ਹੋਈ। ਤੇ ਉਸ ਦਿਨ ਤੋਂ ਅੱਜ ਤੱਕ ਅਸੀਂ ਸਾਰੇ ਨਾਲ ਆ। ਤੇ ਤੁਹਾਡੇ ਸਭ ਦਾ ਜਿਵੇਂ ਅੱਗੇ ਵੀ ਦਰਸ਼ਨ ਕੀਤੇ ਗਰੁੱਪ ਦੇ ਵਿੱਚ ਆਉਣ ਦੇ, ਤੇ ਹੁਣ ਵੀ ਤੇ ਤੁਸੀਂ ਅੱਗੇ ਤੋਂ ਇਸ ਤਰ੍ਹਾਂ ਹੀ ਆਉਂਦੇ ਰਹੋ ਤੇ ਸਾਨੂੰ ਉਂਗਲੀ ਫੜ ਕੇ ਨਾਲ ਸਿੱਖਿਆ ਦੇਈ ਜਾਓ ਤੇ ਅਸੀਂ ਚੱਲਦੇ ਚੱਲੀਏ ਤੁਹਾਡੇ ਨਾਲ। ਥੈਂਕ ਯੂ ਥੈਂਕ ਯੂ ਸੁਖਬੀਰ ਜੀ, ਥੈਂਕ ਯੂ। ਮੈਡਮ ਜੱਸੀ ਮੈਡਮ ਜੀ ਇੱਥੇ ਆ ਚੁੱਕੇ ਨੇ ਤੇ ਉਹਨਾਂ ਦੀ ਖੂਬਸੂਰਤ ਸਮਾਈਲ ਦੇ ਨਾਲ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਹੁਣ ਤਾਂ ਮੰਚ ਉਹਨਾਂ ਦੇ ਹਵਾਲੇ ਹੈ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਛਾਇਆ ਮੈਮ, ਬਹੁਤ ਵਧੀਆ ਤੁਸੀਂ ਐਕਸਪਲੇਨ ਕੀਤਾ। ਔਰ ਦੇਖੋ ਬੋਲੀ ਦਾ ਬਹੁਤ ਫਰਕ ਪੈਂਦਾ। ਕਹਿੰਦੇ ਨੇ ਕਿ એનર્ਜੀ ਇਹ ਸਭ ਸਹੀ ਹੈ, એનર્ਜੀ ਅਸੀਂ ਫੀਲ ਕਰ ਸਕਦੇ ਹਾਂ, ਲੇਕਿਨ ਜਿਸ ਵੇਲੇ ਆਪਣੀ ਬੋਲੀ ਹੁੰਦੀ ਹੈ ਉਹਦਾ ਕੋਈ ਖਾਸ ਹੀ ਕਨੈਕਸ਼ਨ ਹੁੰਦਾ। ਇਸ ਵਾਸਤੇ ਪਤਰੀ ਸਰ ਕਹਿੰਦੇ ਜਿਸ ਵੇਲੇ ਕੋਈ ਤੇਲਗੂ ਬੰਦਾ ਮੇਰੇ ਸਾਹਮਣੇ ਆ ਜਾਂਦਾ ਤਾਂ ਮੈਂ ਸਭ ਭੁੱਲ ਜਾਣਾ, ਪਰ ਉਹ ਤੇਲਗੂ ਚ ਸ਼ੁਰੂ ਕਰ ਦਿੰਦੇ ਨੇ ਗੱਲਬਾਤ। ਤੇ ਆਪਣੀ ਬੋਲੀ ਦਾ ਤੇ ਬਹੁਤ ਅੱਛਾ ਇੱਕ ਕਨੈਕਸ਼ਨ ਰਹਿੰਦਾ ਆਤਮਾ ਦਾ। ਸੋ ਤੁਸੀਂ ਬਹੁਤ ਚੰਗੀ ਤਰ੍ਹਾਂ ਹਰ ਚੀਜ਼ ਐਕਸਪਲੇਨ ਕੀਤੀ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਮੈਂ ਕਹਾਂਗੀ ਕਿ ਹੁਣ ਨੈਕਸਟ 3rd ਜਿਹੜਾ ਐਪੀਸੋਡ ਹੈ ਉਹਦੇ ਵਾਸਤੇ ਹੈਂਡ ਰੇਜ਼ ਕਰੋ। 3rd ਐਪੀਸੋਡ ਕੌਣ ਇਹਨੂੰ ਐਕਸਪਲੇਨ ਕਰੇਗਾ 3rd ਐਪੀਸੋਡ ਨੂੰ, ਤੇ ਉਹ ਵੀ ਅੱਜ ਹੀ ਤੁਸੀਂ ਦੱਸ ਦਿਓ। ਭੁਪਿੰਦਰਪਾਲ ਮੈਮ ਜੀ, ਹਾਂ ਉਹਨਾਂ ਨੇ ਕਰਨਾ। ਠੀਕ ਹੈ ਹਾਂਜੀ। ਔਰ ਜਿਹਨੇ 4th ਕਰਨਾ ਉਹ ਵੀ ਤਿਆਰੀ ਕਰ ਲਓ, ਕਿਉਂਕਿ ਜਿੰਨਾ ਸੁਣੋਗੇ ਜਿੰਨਾ ਪੜ੍ਹੋਗੇ ਓਨਾ ਗਹਿਰਾਈ ਨਾਲ ਸਮਝ ਆਏਗਾ। ਔਰ ਤੁਸੀਂ ਦੇਖੋ ਕਿ ਇਹਦੇ ਵਿੱਚ ਕੋਈ ਮੇਰਾ ਜਾਂ ਛਾਇਆ ਮੈਡਮ ਦਾ ਕੋਈ ਨਹੀਂ ਹੈ ਕਿ ਅਸੀਂ ਉਹਨੂੰ ਐਕਸਪਲੇਨ ਕਰ ਰਹੇ ਹਾਂ।
ਅਗਰ ਤੁਸੀਂ ਤੇਲਗੂ ਤੇ ਸਮਝ ਨਹੀਂ ਸਕਦੇ ਨਾ, ਆਲਰੇਡੀ ਸਰ ਨੇ ਐਕਸਪਲੇਨ ਹੀ ਇਸ ਤਰ੍ਹਾਂ ਕੀਤਾ ਹੋਇਆ, ਅਸੀਂ ਕੁਝ ਵਧਾ ਨਹੀਂ ਰਹੇ ਉਹਦੇ ਵਿੱਚ, ਘੱਟ ਹੀ ਰਿਹਾ ਹੋਏਗਾ 2-4 ਅਕਸ਼ਰ, ਵੱਧ ਵਧਾ ਨਹੀਂ ਸਕਦੇ ਅਸੀਂ ਉਹਨੂੰ। ਉਹਨਾਂ ਨੇ ਆਲਰੇਡੀ ਇੰਨਾ ਸਿੰਪਲ ਹਰ ਚੀਜ਼ ਐਕਸਪਲੇਨ ਕੀਤੀ ਹੈ। ਤੇ ਜਿਹੜਾ ਸਿੰਪਲਿਸਿਟੀ ਵਿੱਚ ਜੋ ਗਿਆਨ ਹੈ ਨਾ, ਉਹ ਮੁਸ਼ਕਿਲ ਚੀਜ਼ਾਂ ਵਿੱਚ ਨਹੀਂ ਹੈ। ਇੱਕ ਚੀਜ਼ ਮੈਂ ਕੱਲ ਵੀ ਸ਼ੇਅਰ ਕਰਨਾ ਚਾਹੁੰਦੀ ਸੀ, ਪਰ ਟਾਈਮ ਬਹੁਤ ਹੋ ਗਿਆ ਸੀ। ਆਪਣੇ ਆਪ ਦੀ ਵਾਸਤਵਿਕਤਾ ਵਿੱਚ ਰਹੋ, ਜੋ ਅਸੀਂ ਹਾਂ। ਅਸੀਂ ਕਿਸੇ ਨੂੰ ਪ੍ਰੂਵ ਨਹੀਂ ਕਰਨਾ ਕਿ ਸਾਨੂੰ ਬਹੁਤ ਗਿਆਨ ਹੈ, ਅਸੀਂ ਬਹੁਤ ਧਿਆਨ ਕਰਨ ਲੱਗ ਗਏ, ਅਸੀਂ ਬਹੁਤ ਅੱਗੇ ਵਧ ਗਏ। ਅਸੀਂ ਕਿਸੇ ਨੂੰ ਪ੍ਰੂਵ ਨਹੀਂ ਕਰਨਾ। ਅਸੀਂ ਜੋ ਹਾਂ, ਜਿਸ ਤਰ੍ਹਾਂ ਦੇ ਹਾਂ, ਅਸੀਂ ਉਸੇ ਤਰ੍ਹਾਂ ਰਹਿਣਾ, ਆਪਣੇ ਆਪ ਨੂੰ ਸਵੀਕਾਰ ਕਰਨਾ। ਸਾਰਿਆਂ ਦਾ ਸੁਣੋ, ਸੈਸ਼ਨਸ ਅਟੈਂਡ ਕਰੋ ਸਾਰੇ, ਜੋ ਵੀ ਤੁਹਾਡਾ ਮਨ ਕਰਦਾ ਹੈ ਸਭ ਨੂੰ ਸੁਣੋ, ਅਟੈਂਡ ਕਰੋ, ਲੇਕਿਨ ਇਸ ਚੀਜ਼ ਆਪਣੇ ਸੈਂਟਰ ਨਾਲ ਜੁੜੇ ਰਹੋ, ਆਪਣੇ ਸੈਂਟਰ ਨੂੰ ਛੋੜ ਕੇ ਨਹੀਂ ਜਾਣਾ। ਹੁਣ ਦੇਖੋ, ਪਤਰੀ ਸਰ ਨੇ ਸਾਰਿਆਂ ਨੂੰ ਛੂਟ ਦਿੱਤੀ ਹੈ। ਪਤਰੀ ਸਰ ਦੀ ਫਲੈਗਸ਼ਿਪ ਦੇ ਥੱਲੇ ਹੀ ਕਿੰਨੇ ਕੋਰਸਿਸ ਹੁੰਦੇ ਨੇ, ਕਿੰਨੇ ਪੇਡ ਕੋਰਸਿਸ ਹੁੰਦੇ ਨੇ, ਕਿੰਨੀਆਂ ਵਰਕਸ਼ਾਪ ਚਲਦੀਆਂ ਨੇ। ਸਰ ਕਿਸੇ ਨੂੰ ਮਨਾ ਨਹੀਂ ਕਰਦੇ, ਹਰ ਇੱਕ ਨੂੰ ਉਹਨਾਂ ਨੇ ਪਲੇਟਫਾਰਮ ਦਿੱਤਾ ਸ਼ੇਅਰ ਕਰਨ ਵਾਸਤੇ, ਲੇਕਿਨ ਇਹ ਸਾਡੀ ਆਪਣੀ ਸਮਝ ਹੈ। ਦੇਖੋ, ਇੱਕ ਸਕੂਲ ਜਿਹੜਾ ਹੁੰਦਾ ਉਹਦੇ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਅਗਰ ਗ੍ਰੈਜੂਏਸ਼ਨ ਤੱਕ ਉਹ ਸਕੂਲ ਹੈ, ਤੇ ਇਹ ਤੇ ਹੁਣ ਸਟੂਡੈਂਟ ਦੀ ਆਪਣੀ ਯੋਗਤਾ ਹੈ ਨਾ, ਉਹ ਕਿਹੜੀ ਕਲਾਸ ਵਿੱਚ ਜਾਏਗਾ। ਉਸੇ ਸਕੂਲ ਵਿੱਚ ਕੋਈ ਪਹਿਲੀ ਕਲਾਸ ਵਿੱਚ ਹੈ, ਉਸੇ ਸਕੂਲ ਵਿੱਚ ਕੋਈ 10ਵੀਂ ਕਲਾਸ 'ਚ, ਉਸੇ ਸਕੂਲ 'ਚ ਕੋਈ ਪ੍ਰੋਫੈਸਰ ਲੱਗਾ ਹੋਇਆ, ਔਰ ਉਸੇ ਸਕੂਲ ਵਿੱਚ ਕੋਈ ਪ੍ਰਿੰਸੀਪਲ ਵੀ ਹੈ। ਹਰ ਇੱਕ ਦੀ ਆਪਣੀ ਆਪਣੀ ਸਟੇਜ ਹੈ। ਤੇ ਜਿਹੜਾ ਪਤਰੀ ਸਰ ਕਹਿੰਦੇ ਨੇ ਕਿ PSSM ਜਿਹੜਾ ਉਹ PhD ਲੈਵਲ ਹੈ, ਜਿਹਨੂੰ PhD ਦੇ ਸਬਜੈਕਟ ਸਮਝ ਆ ਗਏ ਨਾ, ਉਹਨੂੰ ਸਾਰਾ ਗਿਆਨ ਸਮਝ ਆ ਗਿਆ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਾਂਗੀ ਕਿ ਸੁਣੋ, ਲੇਕਿਨ ਜਿਹੜਾ ਤੁਹਾਡਾ ਨਿਸ਼ਾਨਾ ਹੈ, ਜਿਹੜਾ ਤੁਹਾਡਾ ਟੀਚਾ ਹੈ ਨਾ, ਉਹ ਪਤਰੀ ਸਰ ਦੀ ਵਿਜ਼ਡਮ ਨੂੰ ਰੱਖੋਗੇ ਤੇ ਤੁਸੀਂ ਕਦੀ ਵੀ ਭਟਕੋਗੇ ਨਹੀਂ। ਲੇਕਿਨ ਅਗਰ ਤੁਸੀਂ ਸਾਰਿਆਂ ਦੇ ਪਿੱਛੇ ਚੱਲੋਗੇ ਨਾ, ਕਿ ਕਿਸੇ ਨੇ ਉਹ ਟੈਕਨੀਕ ਦੱਸੀ, ਕਿਸੇ ਨੇ ਉਹ ਵਿਧੀ ਦੱਸੀ, ਕਿਸੇ ਨੇ ਉਂਝ ਕੀਤਾ, ਮੈਂ ਵੀ ਉਂਝ ਕਰ ਲਾਂ। ਮੈਂ ਜਿਸ ਟਾਈਮ ਸ਼ੁਰੂ ਚ ਬੈਂਗਲੌਰ ਗਈ ਸੀ, ਮੈਨੂੰ ਬਹੁਤ ਸ਼ੌਕ ਸੀ ਸਿੱਖਣ ਦਾ, ਜਿਸ ਤਰ੍ਹਾਂ ਮੈਂ ਹੋਰ ਸਿੱਖਾਂ, ਮੈਂ ਹੋਰ ਚੰਗੀ ਕਲਾਸ ਲਵਾਂ, ਮੈਂ ਹੋਰ ਵਧੀਆ ਕਰਾਂ। ਤੇ ਮੈਂ ਜਾ ਕੇ ਪਤਰੀ ਸਰ ਨੂੰ ਕਿਹਾ ਕਿ ਤੁਸੀਂ ਇੱਥੇ ਇੰਨੇ ਮਾਸਟਰ ਬਾਹਰੋਂ ਆਏ ਨੇ, ਵਰਲਡ ਦੇ ਮਾਸਟਰ ਆਏ ਨੇ, ਮੈਂ ਕਿਹਦੇ ਕੋਲੋਂ ਸਿੱਖਾਂ। ਤੇ ਪਤਰੀ ਸਰ ਨੇ ਕਿਹਾ ਮੇਰੇ ਕਮਰੇ ਚ ਦਫਾ ਹੋ ਜਾ ਇੱਥੋਂ, ਮੈਨੂੰ ਸ਼ਕਲ ਨਾ ਦਿਖਾਈ। ਮੈਂ ਬੜੀ ਹੈਰਾਨ, ਮੈਂ ਇੰਨੀ ਵਧੀਆ ਗੱਲ ਕੀਤੀ, ਮੈਂ ਸਿੱਖਣਾ ਚਾਹਨੀ ਆ। ਉਹ ਮੈਨੂੰ ਕਹਿ 5 ਦਿਨ ਮੇਰੇ ਨਾਲ ਬੋਲੇ ਨਹੀਂ, ਮੇਰੇ ਵੱਲ ਵੇਖਿਆ ਹੀ ਨਹੀਂ। ਮੈਂ ਸਾਹਮਣੇ ਉਹਦੀ ਨਿਕਲਦੀ ਸੀ ਤਾਂ ਵੀ ਨਹੀਂ ਸੀ ਵੇਖਦੇ। ਮੈਂ ਬੜੀ ਹੈਰਾਨ ਹੋਈ, ਮੈਂ ਇੰਨੀ ਤੇ ਕੋਈ ਗਲਤ ਗੱਲ ਕੀਤੀ ਨਹੀਂ। ਉਹ ਸ਼ੁਰੂ ਦੀ ਗੱਲ ਸੀ, ਸਮਝ ਵੀ ਨਹੀਂ ਸੀ ਆਉਂਦੀ। ਮੈਂ ਉਦਾਸ ਹੋ ਕੇ 5 ਦਿਨ ਬਾਅਦ ਬੈਂਗਲੌਰ ਤੋਂ ਵਾਪਿਸ ਆ ਗਈ, ਪ੍ਰੋਗਰਾਮ ਖਤਮ ਹੋਇਆ, ਲੇਕਿਨ ਮੇਰੇ ਅੰਦਰ ਉਹ ਜਿਹੜਾ ਇੱਕ ਚੱਲਦਾ ਰਿਹਾ ਕਿ ਕੀ ਐਸੀ ਕਿਉਂ ਇਹਨਾਂ ਨੇ ਇੰਨਾ ਗੁੱਸਾ, ਇੰਨਾ ਕਿਉਂ ਇਹਨਾਂ ਨੇ ਇਸ ਚੀਜ਼ ਨੂੰ ਬੁਰਾ ਮਨਾਇਆ। ਮੈਂ ਤੇ ਸਿੱਖਣਾ ਹੀ ਚਾਹਨੀ ਆ, ਅੱਗੇ ਵਧਣਾ ਚਾਹਨੀ ਆ। ਫਿਰ ਹੌਲੀ ਹੌਲੀ ਮੈਡੀਟੇਸ਼ਨ ਕਰਦੇ ਕਰਦੇ ਮੈਂ 1-2 ਮਾਸਟਰਸ ਨੂੰ ਪੁੱਛਿਆ, ਜਿਹੜੇ ਸੀਨੀਅਰ ਸੀ। ਉਹਨਾਂ ਨੇ ਮੈਨੂੰ ਕਿਹਾ ਮੈਡਮ ਤੁਹਾਨੂੰ ਆਪਣੀ ਅੰਦਰੋਂ ਹੀ ਜਵਾਬ ਮਿਲੇਗਾ, ਅਸੀਂ ਨਹੀਂ ਦੇ ਸਕਦੇ ਦਾ ਜਵਾਬ, ਤੁਹਾਨੂੰ ਅੰਦਰੋਂ ਜਵਾਬ ਮਿਲੇਗਾ, ਮੈਡੀਟੇਸ਼ਨ ਕਰੋ। ਮੈਡੀਟੇਸ਼ਨ ਕਰਦੇ ਕਰਦੇ ਸਮਝ ਆਇਆ ਕਿ ਇਹਦੇ ਤੇ ਸਿੱਖਣ ਸਿਖਾਉਣ ਦੀ ਗੱਲ ਹੀ ਨਹੀਂ ਹੈ। ਜੋ ਮੈਨੂੰ ਆ ਰਿਹਾ, ਜੋ ਮੈਂ ਮਹਿਸੂਸ ਕਰ ਰਹੀ ਹਾਂ, ਜੋ ਮੈਂ ਐਕਸਪੀਰੀਅੰਸ ਕਰ ਰਹੀ ਹਾਂ, ਬਸ ਮੈਂ ਉਨੀ ਗੱਲ ਕਰਨੀ, ਮੈਂ ਤੇ ਵਧਾਣਾ ਚੜਾਣਾ ਹੈ ਹੀ ਨਹੀਂ। ਤੇ ਫਿਰ ਮੈਨੂੰ ਸਮਝ ਆ ਗਈ, ਔਰ ਉਹਦੇ ਬਾਅਦ ਸਰ ਨੇ ਫਿਰ ਜਦੋਂ ਦੁਬਾਰਾ ਮਿਲੇ ਤੇ ਉਸੇ ਤਰ੍ਹਾਂ ਗੱਲਬਾਤ ਕਰਨ ਲੱਗ ਗਏ। ਤੇ ਦੋਸਤੋ, ਅਸੀਂ ਸਰ ਦੀ ਵਿਜ਼ਡਮ ਨੂੰ ਤਾਂ ਹੀ ਮੈਂ ਸ਼ੁਰੂ ਕੀਤਾ ਸ਼ੇਅਰ ਕਰਨਾ, ਕਿ ਅਸੀਂ ਸੋਚਨੇ ਆ ਕਿ ਬੁੱਧ ਦੇ ਟਾਈਮ ਪਤਾ ਨਹੀਂ ਉਹਨਾਂ ਨੇ ਕਿਸ ਤਰ੍ਹਾਂ, ਉਹਨਾਂ ਦੇ ਨਾਲ ਭਿਕਸ਼ੂ ਰਹਿੰਦੇ ਸੀ, ਕਿਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਸੀ। ਗੁਰੂ ਨਾਨਕ ਦੇ ਟਾਈਮ ਤੇ ਕਿਸ ਤਰ੍ਹਾਂ ਲੋਕ ਰਹਿੰਦੇ ਸੀ ਨਾਲ, ਕਿਸ ਤਰ੍ਹਾਂ ਉਹਨਾਂ ਨੇ ਸਿੱਖਿਆ। ਅੱਜ ਸਾਰੇ ਸੋਚਨੇ ਆ ਕਿ ਉਸ ਵੇਲੇ ਗੁਰੂਆਂ ਦੇ ਟਾਈਮ ਤੇ ਅਸੀਂ ਹੁੰਦੇ, ਅੱਜ ਵੀ ਉਹੀ ਟਾਈਮ ਹੈ। ਲੇਕਿਨ ਅੱਜ ਜੋ ਪਤਰੀ ਸਰ ਕਹਿ ਰਹੇ ਨੇ, ਅਗਰ ਸਾਨੂੰ ਉਹੀ ਸਮਝ ਨਹੀਂ ਆ ਰਿਹਾ, ਫਿਰ ਸਾਨੂੰ ਸੋਚਣਾ ਪਏਗਾ ਆਪਣੇ ਬਾਰੇ ਚ। ਦੇਖੋ, ਜਿਹੜਾ ਤੇ ਚੀਜ਼ਾਂ ਤੇਲਗੂ ਵਿੱਚ ਨੇ, ਭਾਸ਼ਾ ਵਿੱਚ ਨੇ, ਉਹ ਤੇ ਤੁਹਾਨੂੰ ਟਰਾਂਸਲੇਟ ਹੋਏਗੀ ਤਾਂ ਹੀ ਤੁਹਾਡੇ ਤੱਕ ਪਹੁੰਚੇਗੀ। ਲੇਕਿਨ ਬਹੁਤ ਸਾਰਾ ਗਿਆਨ ਜਿਹੜਾ ਪਤਰੀ ਸਰ ਦਾ ਹੈ, ਤਕਰੀਬਨ ਹਿੰਦੀ ਔਰ ਅੰਗਰੇਜ਼ੀ ਵਿੱਚ ਵੀ ਹੈ, ਕਿਉਂਕਿ ਬਹੁਤ ਸਾਰੇ ਸੈਸ਼ਨ ਸਰ ਹਿੰਦੀ ਚ ਵੀ ਲੈਂਦੇ ਨੇ, ਅੰਗਰੇਜ਼ੀ ਚ ਵੀ ਲੈਂਦੇ ਨੇ। ਤੇ ਪਤਰੀ ਸਰ ਦੇ ਵਿਜ਼ਡਮ ਨੂੰ ਸੁਣਨਾ ਦਾ ਮਤਲਬ ਹੈ ਆਪਣੇ ਸੈਂਟਰ ਨਾਲ ਜੁੜੇ ਰਹਿਣਾ। ਤੇ ਸੈਂਟਰ ਨਾਲ ਜੁੜੇ ਰਹੋਗੇ ਤੇ ਕਿਧਰੇ ਵੀ ਨਹੀਂ ਜਾਓਗੇ। ਤੇ ਇੱਕ ਚੀਜ਼ ਹੋ ਰਹੀ ਕਿ 18 ਪ੍ਰਿੰਸੀਪਲ ਦੀ ਮੈਂ ਬਾਰ-ਬਾਰ ਗੱਲ ਕਰਨੀ ਹੈ। 18 ਪ੍ਰਿੰਸੀਪਲ ਆਪਣੇ ਸਾਹਮਣੇ ਰੱਖੋ, ਉਹ ਤੁਹਾਡੀ ਗਾਈਡਲਾਈਨ ਹੈ, ਉਹ ਤੁਹਾਡਾ ਲਾਈਟ ਹਾਊਸ ਹੈ। ਉਹਦੇ ਪ੍ਰਕਾਸ਼ ਵਿੱਚ ਰਵਾਂਗੇ ਤੇ ਕਿਧਰੇ ਨਹੀਂ ਜਾਵਾਂਗੇ। ਔਰ ਇਹ ਪਹਿਲੇ ਹੀ ਪ੍ਰਿੰਸੀਪਲ ਤੇ ਅਗਰ ਅਸੀਂ ਧਿਆਨ ਦਈਏ, ਆਨਾਪਾਨਾਸਤੀ ਧਿਆਨ ਕਰਨਾ ਔਰ ਉਹੀ ਸਿਖਾਣਾ। ਨਾ ਸਾਨੂੰ ਗਾਈਡਡ ਮੈਡੀਟੇਸ਼ਨ ਦੀ ਲੋੜ ਹੈ, ਨਾ ਸਾਨੂੰ ਮਿਊਜ਼ਿਕ ਦੀ ਲੋੜ ਹੈ, ਨਾ ਸਾਨੂੰ ਕਿਸੇ ਦੀ ਗਾਈਡੈਂਸ ਦੀ ਲੋੜ ਹੈ। ਔਰ ਦੂਸਰੀ ਗੱਲ, ਨਾ ਸਾਨੂੰ ਕਿਸੇ ਮਾਸਟਰਸ ਨੂੰ ਬੁਲਾਉਣ ਦੀ ਲੋੜ ਹੈ ਕਿ ਅਸੀਂ ਧਿਆਨ ਵਿੱਚ ਬਹਿਣ ਲੱਗਿਆ ਤੇ ਆ ਜਾਓ ਸਾਰੇ। ਸਾਨੂੰ ਕਿਸੇ ਨੂੰ ਬੁਲਾਉਣ ਦੀ ਲੋੜ ਨਹੀਂ ਹੈ। ਸਾਰੇ ਕਹਿੰਦੇ ਨੇ ਕਿ ਤੁਸੀਂ ਆਪਣਾ ਹੋਮਵਰਕ ਪੂਰਾ ਕਰਦੇ ਰਹੋ, ਟੀਚਰ ਆਪਣੇ ਆਪ ਦੌੜ ਕੇ ਆਏਗਾ ਤੁਹਾਡੇ ਕੋਲ ਕਿ ਤੁਹਾਨੂੰ ਕੀ ਚਾਹੀਦਾ, ਤੁਹਾਨੂੰ ਕਿੱਥੇ ਮੁਸ਼ਕਿਲ ਆ ਰਹੀ ਹੈ।
ਤੇ ਅਸੀਂ ਬਸ ਸਿੰਪਲ ਰਹਿਣਾ। ਸੁਣਨਾ ਸਭ ਨੂੰ ਹੈ, ਲੇਕਿਨ ਸ਼ੇਅਰ ਓਨਾ ਹੀ ਕਰਨਾ ਹੈ ਜਿੰਨਾ ਸਾਨੂੰ ਅੰਦਰੋਂ ਸਮਝ ਆਈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਇਹ ਬਹੁਤ ਹੀ ਦੋ ਧਾਰੀ ਤਲਵਾਰ ਜੈਸਾ ਰਸਤਾ ਹੈ। ਜੋ